देखो असीं कतल करिया, साढ़े ते केस बन गया, सानू उम्र कैद कर दी। लेकिन राजीव गांधी वालियां ने भी करी, गोधरा कांड वालियां ने भी सज़ा हुई है उम्र कैद दी, लेकिन वो भी छड्डे गए। सानू भी छड्डना चाहिए इनू कि जे कानून एक है तो असीं जे तो असीं हिंदुस्तान विच रह रहे हैं, साढ़े ते कानून संविधान लागू है तो भी सानू रिहाई करनी चाहिए है। हाँ जे तुसीं चाहुंदे हो भी हाँ सिख बखरी कौम है, इहदे नाल धक्का करना है तो वो दिखे रहा, वो तो कहने की लोड़ नहीं है। पर यह शरेआम साढ़े नाल दिख रहा कि सानू रिहा नहीं करिया जांदा। पंजाब गौरमेंट ने हाँ करनी थी, लेकिन अकाली दल की सरकार होने के नाते उन्होंने बिल्कुल भी नहीं सोचा, साड़ियाँ रिजैक्ट कर करके छुट्टियां अते रिहाइयां भेजती रही। श्रोमणी कमेटी ਨੂੰ ਤਾਂ ਚਾਹੀਦਾ ਹੈ ਕਿ ਜ਼ਰੂਰ ਆਜ਼ਾਦ ਹੋ ਕੇ पूरा योगदान उस पावे, ਸਿੰਘਾਂ ਦੀ ਜਿਹੜੇ ਜੇਲ੍ਹਾਂ 'ਚ ਬੰਦ ਹਨ ਉਹਨਾਂ ਦੀ पूरी मदद भी करे, ਉਹਨਾਂ ਦੀ ਰਿਹਾਈਆਂ ਵਾਸਤੇ भी करे। ਹੁਣ कर रही है, बड़ी चंगी गल है। पर जिथे अकाली दल का आंदा है उस वास्ते साडा इन्ना दिल मतलब हुण दुखी भी हुंदा है कि भाई हुण जिहड़ा समा ब्याह चुक्या, जिसका तुसीं नुकसान कर चुके हैं, वो तुहाडे हत्थ नहीं आउणा, ना ही तुहाडी किसी ने सुननी है, ना तुहानूं कोई फायदा इन्ना करन दा। श्रोमणी कमेटी वालियां ने एक बार संघर्ष करिया सी अते ये दिल्ली गए। दिल्ली जाके इन्होंने एक मैमोरेंड देने वास्ते या एक लैटर देने वास्ते उत्थे केजरीवाल नूं मिलना चाहा, लेकिन उसने केजरीवाल ने इन्हां दा लैटर भी नहीं लिया। इस तो बाद इस हिसाब ला लो, तुसीं भी सोचो कि एक एड्डी बड़ी कौम का सिख का जिस तो कहे तो हिलदी सी सारी सरकार, अज उन्होंने लैटर नहीं लिया तो साडी कितनी बेइज्जती है। मेरिया लत्तां पाड़नियां, बेलना घुमाने, लटका देना या पानी च डुबोना, यह जिहियां सारियां जिन्नियां भी हैं इन्होंने अपना जोर ला के तसद्दुद मेरे ते करिया। ਬਹਿਰੀਨ ਤੋਂ ਆਏ ਤਾਂ ਆ ਕੇ ਸਭ ਤੋਂ ਪਹਿਲਾਂ ਹਵਾਰੇ ਉਹਨਾਂ ਨਾਲ ਮੀਟਿੰਗ ਕਿੱਥੇ ਹੋਈ, ਕਦੋਂ ਸੋਚਿਆ ਵੀ ਸਾਨੂੰ ਬਦਲੇ ਲਈ ਜਾਂ ਇਨਸਾਫ ਲਈ ਲੜਨਾ ਚਾਹੀਦਾ, ਇਕੱਠੇ ਹੋਣਾ ਚਾਹੀਦਾ? 1995 ਦੇ ਵਿੱਚ ਜਿਹੜਾ ਹੈ ਬੇਅੰਤ ਸਿੰਘ ਕਾਂਡ ਹੋਇਆ, ਇਹਦੇ ਵਿੱਚ ਫਿਰ ਮੇਰਾ ਪੂਰਾ ਯੋਗਦਾਨ ਤਾਂ ਮੈਂ ਵੀ ਵਿੱਚ ਇਹਦੇ ਲੱਗਿਆ ਰਿਹਾ। ਬਾਦਲ ਸਾਹਿਬ ਤੱਕ ਕਦੇ ਪਹੁੰਚ ਕੀਤੀ ਜਦੋਂ ਮੁੱਖ ਮੰਤਰੀ ਸੀਗੇ? ਕਿਉਂਕਿ 2007 ਤੋਂ 17 ਤੱਕ ਤਾਂ ਸਰਕਾਰ ਰਹੀ ਅਕਾਲੀ ਦਲ ਦੀ, ਤੇ ਉਹਦੇ ਦਰਮਿਆਨ ਤੁਸੀਂ ਅਕਾਲੀ ਦਲ ਤੱਕ ਕੋਈ ਪਹੁੰਚ ਕੀਤੀ ਕਿਸੇ ਤਰੀਕੇ ਦੀ ਕਿ ਸਾਡੀ ਸੁਣੀ ਜਾਵੇ ਜਾਂ ਸਾਨੂੰ ਪਰੋਲ ਦਿੱਤੀ ਜਾਵੇ? ਵੀ ਆਮ ਬੰਦੇ ਹੋ ਕਿ ਧਾਰਮਿਕ ਪੱਖੋਂ ਜੋ ਜਜ਼ਬਾਤ ਵਿੱਚ ਆ ਗਿਆ ਉਹਨਾਂ ਜੋ ਕੁਝ ਕਰਿਆ, ਬਾਕੀ ਤਾਂ ਹੋਰ ਤਾਂ ਮੁੰਡੇ ਠੀਕ ਹੈ, ਮੈਂ ਰਹਿ ਕੇ ਆਇਆ ਕੋਲ। ਲੇਕਿਨ ਬਾਦਲ ਸਾਹਿਬ ਨੇ ਉਹਨਾਂ ਨੂੰ ਸਾਫ਼ ਜਵਾਬ ਦੇ ਦਿੱਤਾ ਕਿ ਬਈ ਇਹ ਬੰਦੇ ਅਸੀਂ ਬਾਹਰ ਨਹੀਂ ਕੱਢਣੇ ਇਸ ਕੇਸ ਵਾਲੇ ਸਾਰੇ। ਤੁਹਾਡੀ ਡਿਊਟੀ ਕੀ ਲਾਈ ਫਿਰ? ਹਵਾਰਾ ਟੀਮ ਦਾ ਮੈਂਬਰ ਸੀਗਾ, ਆਗੂ ਸੀਗਾ ਟੀਮ ਦਾ, ਤਾਂ ਆਗੂ ਦੇ ਬਤੌਰ ਆਗੂ ਉਹਨਾਂ ਨੇ ਤੁਹਾਡੀ ਡਿਊਟੀ ਕੀ ਲਾਈ? ਉਸਨੇ ਆਉਂਦੇ ਨੇ ਮੈਨੂੰ ਦੱਸਿਆ ਕਿ ਅਸੀਂ ਆਪਾਂ ਇਹ ਜਿਹੜਾ ਹੈ ਕਾਰਜ ਕਰਨਾ ਹੈ, इस ਜਿਹੜਾ ਆਪਣਾ ਮਿਸ਼ਨ ਬਣਿਆ ਹੋਇਆ ਇਹ ਪੂਰਾ ਕਰਨਾ। ਉਹਦੇ ਵਿੱਚ ਮੇਰੀ ਸਿਰਫ ਉਹਨੇ ਡਿਊਟੀ ਲਾਈ ਤੀ ਕਿ ਆਪਾਂ ਨੂੰ ਜਿਹੜਾ ਹੈ ਇਹ ਜਿਹੜਾ ਬਰੂਦ ਵਰਤਣਾ ਇਹਦੇ ਲਿਆਉਣਾ, ਇਹਦੇ ਵਾਸਤੇ ਮੇਰੀ ਡਿਊਟੀ ਲਾਈ ਤੇ ਲੋ ਮੈਂ ਡਿਊਟੀ ਆਪਣੀ ਪੂਰੀ ਕਰੀ। ਇੱਕ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਭਾਈ ਅੰਮ੍ਰਿਤਪਾਲ ਸਿੰਘ ਪ੍ਰੋਗਰਾਮ ਲੀਕ ਰਹੇ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? देखो मैं तो एक उन्होंने जो अमृत छका रहे हैं, सिखा नशे तो मुंडिया बचा रहे हैं, इसका बड़ा योगदान बड़ा चंगा उन्होंने। बाकी मैं उन्होंने अपील भी करदा, कोई यह जिहा हुल्लड़बाजी वाला काम नहीं करना। सब तो पहला सिख कौम नूं इकट्ठी करो, जब तुसीं इकट्ठे हो गए भावें शांतमई संघर्ष भी करियो तुसीं कामयाब होगे। पर जे तुसीं नहीं इकट्ठे होंदे तां फिर भाई जिहड़ा मर्जी कोई आई जावे उहदी किसी दी चलनी नहीं हैगी।
ਤੁਸੀਂ ਜੇਲ੍ਹ ਦੇ ਵਿੱਚ ਰਹੇ, ਕੋਈ ਕੀਤੇ ਦਾ ਕੋਈ ਪਛਤਾਵਾ ਹੈਗਾ ਜਾਂ ਕੁਝ ਹੈਗਾ ਮਨ ਦੇ ਵਿੱਚ ਆਇਆ ਵੀ ਆਪਾਂ ਨੂੰ ਯਾਰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ? ਦੇਖੋ, ਕੰਮ ਤਾਂ ਜਿਹੜਾ ਹੈ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਨਹੀਂ ਕਰਨਾ ਚਾਹੀਦਾ, ਪਰ ਲੇਕਿਨ ਉਹ ਗਿਲਾ ਸ਼ਿਕਵਾ ਜਾਂ ਸਾਨੂੰ ਅਫਸੋਸ ਇਸ ਚੀਜ਼ ਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਸੀ ਉਹਦਾ ਫਰਜ਼ ਬਣਦਾ ਸੀ ਜਿਹੜੇ ਸਿੰਘ ਅੰਦਰ ਚਲੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਦਾ ਅਨਮਿਊਟ ਦੇ ਨਾਲ। ਮੈਂ ਜਗਜੀਤ ਸਿੰਘ ਪੰਜੋਲੀ। ਅੱਜ ਕੱਲ੍ਹ ਬੰਦੀ ਸਿੰਘਾਂ ਦਾ ਮਸਲਾ ਪੂਰਾ ਚਰਚਾ ਦੇ ਵਿੱਚ ਹੈ ਤੇ ਬਹੁਤ ਸਾਰੇ ਜਥੇਬੰਦੀਆਂ ਵੱਲੋਂ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪਣੇ ਆਪਣੇ ਪੱਧਰ ਤੇ ਉਪਰਾਲੇ ਵੀ ਕੀਤੇ ਜਾ ਰਹੇ ਨੇ। ਭਾਵੇਂ ਉਹ ਦਸਤਕੀ ਮੁਹਿੰਮ ਹੋਵੇ, ਭਾਵੇਂ ਕਾਲੇ ਚੋਲੇ ਪਾ ਕੇ ਡੀਸੀ ਦਫ਼ਤਰ ਜਾ ਕੇ ਮੰਗ ਪੱਤਰ ਦੇਣਾ ਹੋਵੇ, ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਆ। ਪਰ ਉਹ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਕਿ ਉਹ ਬੰਦੀ ਸਿੰਘ ਕਦੋਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਕਿਉਂ ਬੰਦ ਨੇ। ਕਿਉਂਕਿ ਜੇ ਦੇਖਿਆ ਜਾਵੇ ਤਾਂ ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਹੁੰਦਾ ਤਾਂ ਬਹੁਤ ਸਾਰੇ ਸਿੱਖਾਂ ਦੇ, ਖਾਸ ਕਰਕੇ ਸਿੱਖ ਜਿਹੜੀ ਕਮਿਊਨਿਟੀ ਆ, ਉਹਨਾਂ ਦੇ ਹਿਰਦੇ ਬਲੁੰਦੜੇ ਗਏ ਤੇ ਸਿੱਖ ਜਿਹੜੇ ਨੇ ਦੁਨੀਆ ਭਰ 'ਚ ਵੱਸਦੇ ਸੀਗੇ ਤੇ ਬਹੁਤ ਸਾਰੇ ਸਿੱਖ ਜਿਹੜੇ ਨੇ ਵਿਦੇਸ਼ਾਂ ਤੋਂ ਆ ਕੇ ਉਸ ਇਨਸਾਫ ਲਈ, ਉਸ ਜੱਦੋ-ਜਹਿਦ ਦਾ ਹਿੱਸਾ ਬਣੇ। ਜਿਹੜਾ ਅਟੈਕ ਹੋਇਆ ਉਹਦੇ ਇਨਸਾਫ ਦੇ ਲਈ ਸਿੱਖ ਲੜੇ ਤੇ ਬੇਅੰਤ ਸਿੰਘ ਕਤਲकांड ਦੇ ਵਿੱਚ ਬਹੁਤ ਸਾਰੇ ਸਿੱਖ ਜਿਹੜੇ ਨੇ ਹਲੇ ਵੀ ਜੇਲ੍ਹਾਂ ਦੇ ਵਿੱਚ ਨੇ, ਹਾਲਾਂਕਿ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਪੂਰੀਆਂ ਹੋ ਚੁੱਕੀਆਂ ਨੇ। ਤੇ ਅਕਾਲੀ ਦਲ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਬੰਦੀ ਸਿੰਘ ਦੇ ਬਾਰੇ ਕੀ ਸੋਚਦੇ ਆ, ਇਹ ਵੀ ਇੱਕ ਵਿਸ਼ਾ ਹੈਗਾ। ਸੋ ਸਾਡੇ ਨਾਲ ਸ਼ਮਸ਼ੇਰ ਸਿੰਘ ਉਕਸੀ ਮੌਜੂਦ ਨੇ, ਗੱਲਬਾਤ ਕਰਾਂਗੇ। ਭਾਈ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ, ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। 1995 ਤੋਂ ਇਹ ਚੰਡੀਗੜ੍ਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਗੱਲਬਾਤ ਕਰਾਂਗੇ। ਭਾਈ ਸਾਹਿਬ, ਪਹਿਲਾਂ ਤਾਂ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜੋ ਸਾਡੇ ਪਿੰਡ ਆਏ ਅਤੇ ਮੇਰੇ ਨਾਲ ਜੋ ਤੁਸੀਂ ਗੱਲਾਂ ਕਰ ਰਹੇ ਹੋ ਤੇ ਇਸ ਕੇਸ ਬਾਰੇ ਵੀ ਪੁੱਛ ਰਹੇ ਹੋ ਤੇ ਜੋ ਸਿੱਖਾਂ ਦੇ ਨਾਲ ਬੀਤਿਆ ਉਹਦੇ ਬਾਰੇ ਵੀ ਤੁਸੀਂ ਜੋ ਬੋਲਿਆ, ਬੜੀ ਚੰਗੀ ਗੱਲ ਹੈ। 1984 ਦੇ ਵਿੱਚ ਜਦੋਂ ਅਟੈਕ ਹੋਇਆ ਉਸ ਤੋਂ ਬਾਅਦ ਸੰਘਰਸ਼ ਜਿਹੜਾ ਹੈ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ। ਉਸ ਸੰਘਰਸ਼ ਦੇ ਵਿੱਚ ਚੱਲਦੇ ਚੱਲਦੇ ਮੈਂ ਵੀ ਬਹਿਰੀਨ ਤੋਂ ਆ ਕੇ ਉੱਥੇ ਵੀ ਅਸੀਂ ਜਦੋਂ ਅਟੈਕ ਦੀ ਸਾਰੀ ਫਿਲਮ ਦੇਖੀ ਟੈਲੀਵਿਜ਼ਨਾਂ 'ਤੇ, ਸਾਡੇ ਵੀ ਹਿਰਦੇ ਬਲੁੰਦਰ ਹੋਏ ਤੇ ਮੈਂ ਵੀ ਉਸ ਵਿੱਚ 1985 ਦੇ ਵਿੱਚ ਬਹਿਰੀਨ ਤੋਂ ਵਾਪਸ ਪੰਜਾਬ ਆ ਗਿਆ। ਆ ਕੇ ਪੰਜਾਬ ਦੇ ਵਿੱਚ ਫਿਰ ਇੱਧਰ ਮੈਂ ਸੰਘਰਸ਼ ਦੇ ਵਿੱਚ ਜੋ ਚੱਲ ਰਿਹਾ ਸੀ ਉਹਦੇ ਵਿੱਚ ਯੋਗਦਾਨ ਪਾਇਆ ਤੇ 1995 ਦੇ ਵਿੱਚ ਬੇਅੰਤ ਸਿੰਘ ਨੂੰ ਮਾਰਨ ਦੇ ਵਿੱਚ ਜਿਹੜੀ ਮੇਰੇ ਹੈ ਉਹ ਕੇਸ ਸੀ, ਉਹਦੇ ਵਿੱਚ ਮੇਰਾ ਨਾਮ ਸੀ। ਇਸ ਵਿੱਚ 1995 ਤੋਂ ਹੀ ਮੈਂ ਸਜ਼ਾ ਕੱਟ ਰਿਹਾ। ਅੱਜ ਮੈਂ ਪੈਰੋਲ 'ਤੇ ਆਇਆ ਹੋਇਆ। ਮੇਰੇ ਨਾਲ ਜੋ ਚੈਨਲ ਵਾਲੇ ਜਗਜੀਤ ਸਿੰਘ ਜੀ ਆਏ, ਉਹਨਾਂ ਨੇ ਮੈਨੂੰ ਪੁੱਛਿਆ, ਇਹਨਾਂ ਨੇ ਜੋ ਗੱਲ ਕਹੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਸਿੰਘਾਂ ਦੇ ਰਿਹਾਈ ਵਾਸਤੇ ਸੰਘਰਸ਼ ਕਰ ਰਹੇ ਹਨ। ਪਰ ਅਸੀਂ ਇਸ ਗੱਲ 'ਤੇ ਤੁਹਾਨੂੰ ਦੱਸਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਇਹ ਸੱਤਾ ਵਿੱਚ ਵੀ ਸੀ, ਉਸ ਟਾਈਮ ਇਹਨਾਂ ਨੇ ਸਾਨੂੰ 5 ਸਾਲ ਲਗਾਤਾਰ, ਤਾਂ ਪਹਿਲਾਂ ਇਹਨਾਂ ਨੇ ਨਾ ਸਾਡੀ ਛੁੱਟੀ ਕਰੀ ਤੇ ਨਾ ਹੀ ਸਾਡੀ ਕੋਈ ਰਿਹਾਈ ਕਰੀ ਹੈ। ਉਸ ਤੋਂ ਬਾਅਦ ਵੀ ਇਹ 10 ਸਾਲ ਤੱਕ ਇਹਨਾਂ ਦਾ ਰਾਜ ਰਿਹਾ, ਲੇਕਿਨ ਇਹਨਾਂ ਖੁਦ ਉਸ ਟਾਈਮ ਨਾ ਤਾਂ ਸਾਡੇ ਕੋਲ ਸੈਂਟਰ ਗੌਰਮੈਂਟ ਦਾ ਕੋਈ ਸਾਡੇ ਵੱਲ ਇਲਜ਼ਾਮ ਤਾਂ ਵੀ ਜਿਹਨਾਂ ਨਾਲ ਸੰਬੰਧਿਤ ਕੋਈ ਕੇਸ ਤਾਂ ਸਿਰਫ ਸਾਨੂੰ ਪੰਜਾਬ ਗੌਰਮੈਂਟ ਨੇ ਹਾਂ ਕਰਨੀ ਸੀ, ਲੇਕਿਨ ਅਕਾਲੀ ਦਲ ਦੀ ਸਰਕਾਰ ਹੋਣ ਦੇ ਨਾਤੇ ਉਹਨਾਂ ਨੇ ਬਿਲਕੁਲ ਵੀ ਨਹੀਂ ਸੋਚਿਆ। ਸਾਡੀਆਂ ਰਿਜੈਕਟ ਕਰਕੇ ਛੁੱਟੀਆਂ ਅਤੇ ਰਿਹਾਈਆਂ ਭੇਜਦੀ ਰਹੀ ਤੇ ਅੱਜ ਉਹ ਸੰਘਰਸ਼ ਕਰਦੀ ਹੈ। ਇਸ ਗੱਲ ਦਾ ਸਾਨੂੰ ਚਲੋ ਇਹ ਤਾਂ ਹੈ ਵੀ ਅੱਜ ਉਹ ਸੰਘਰਸ਼ ਕਰਨ, ਲੇਕਿਨ ਉਹ ਜਿਹੜਾ ਟਾਈਮ ਖੁੰਝ ਗਿਆ ਉਸ ਦੇ ਵਿੱਚ ਇਹਨਾਂ ਨੇ ਜੋ ਨੁਕਸਾਨ ਕਰਤਾ, ਹੁਣ ਇਹਨਾਂ ਦੇ ਵਾਸਤੇ ਜਿਹੜਾ ਭਾਵੇਂ ਸੰਘਰਸ਼ ਵੀ ਕਰਦੇ ਹੈ ਬੜਾ ਮੁਸ਼ਕਿਲ ਹੈ ਹੁਣ, ਕਿਉਂਕਿ ਸੈਂਟਰ ਗੌਰਮੈਂਟ ਦੇ ਹੱਥ ਵਿੱਚ ਚਲੇ ਗਏ। ਉਸ ਟਾਈਮ ਸੈਂਟਰ ਗੌਰਮੈਂਟ ਦਾ ਹੱਥ ਨਹੀਂ, ਸਿਰਫ ਤੇ ਸਿਰਫ ਜੋ ਪੰਜਾਬ ਗੌਰਮੈਂਟ ਦਾ ਹੱਥ ਦਾ, ਜਿਹਨੇ ਸਾਨੂੰ ਰਿਹਾਈ ਕਰਨਾ ਦਾ। ਇਸ ਕਰਕੇ ਅਸੀਂ ਫਿਰ ਵੀ ਚੰਗਾ ਸਮਝਦੇ ਹਾਂ ਕਿ ਜਿਹੜੇ ਅਕਸਰ ਸ਼੍ਰੋਮਣੀ ਕਮੇਟੀ ਹੈ ਇਹ ਕੋਈ ਕਿਸੇ ਇੱਕ ਤਾਂ ਜਥੇਬੰਦੀ ਨਹੀਂ ਹੈ, ਇਹ ਤਾਂ ਹਰ ਇੱਕ ਸਿੱਖ ਦਾ ਇਸ ਦੇ ਵਿੱਚ ਯੋਗਦਾਨ ਹੈ, ਹਰ ਇੱਕ ਸਿੱਖ ਦਾ ਇਹਦੇ ਵਿੱਚ ਹਿੱਸਾ ਹੈ। ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜੋ ਸ਼੍ਰੋਮਣੀ ਕਮੇਟੀ ਹੈ ਉਹਦੀ ਮਦਦ ਕਰੇ ਅਤੇ ਸਿੰਘਾਂ ਦੀ ਰਿਹਾਈ ਵਾਸਤੇ ਜੋ ਸੰਘਰਸ਼ ਕਰਦੀ ਹੈ, ਇਹ ਵੀ ਬੜੀ ਚੰਗਾ ਉਪਰਾਲਾ ਹੈ। ਇਹ ਕਿਸੇ ਦੇ ਅਧੀਨ ਨਹੀਂ ਹੈ, ਇਹਨਾਂ ਨੂੰ ਆਜ਼ਾਦ ਰਹਿਣਾ ਚਾਹੀਦਾ ਹੈ। ਇਹਨਾਂ ਨੂੰ ਵੀ ਜਦੋਂ ਵੀ ਕੋਈ ਸਿੱਖਾਂ ਦੇ ਕੋਈ ਭਾਰੀ ਪੈਂਦੀ ਹੈ ਜਾਂ ਕੋਈ ਧਰਮ ਵਾਸਤੇ ਕੋਈ ਗੱਲ ਬਣਦੀ ਹੈ, ਸ਼੍ਰੋਮਣੀ ਕਮੇਟੀ ਨੂੰ ਤਾਂ ਚਾਹੀਦਾ ਹੈ ਕਿ ਜ਼ਰੂਰ ਆਜ਼ਾਦ ਹੋ ਕੇ
ਪੂਰਾ ਯੋਗਦਾਨ ਉਸ ਦੇ ਵਿੱਚ ਪਾਵੇ। ਸਿੰਘਾਂ ਦੀ ਜਿਹੜੇ ਜੇਲ੍ਹਾਂ 'ਚ ਬੰਦ ਹਨ ਉਹਨਾਂ ਦੀ ਪੂਰੀ ਮਦਦ ਵੀ ਕਰੇ, ਉਹਨਾਂ ਦੀ ਰਿਹਾਈਆਂ ਵਾਸਤੇ ਵੀ ਕਰੇ। ਹੁਣ ਕਰ ਰਹੀ ਹੈ, ਬੜੀ ਚੰਗੀ ਗੱਲ ਹੈ। ਪਰ ਜਿੱਥੇ ਅਕਾਲੀ ਦਲ ਦਾ ਆਉਂਦਾ ਹੈ ਉਸ ਵਾਸਤੇ ਸਾਡਾ ਇੰਨਾ ਦਿਲ ਮਤਲਬ ਹੁਣ ਦੁਖੀ ਵੀ ਹੁੰਦਾ ਹੈ ਕਿ ਭਾਈ ਹੁਣ ਜਿਹੜਾ ਸਮਾਂ ਵਿਆਹ ਚੁੱਕਿਆ, ਜਿਹਦਾ ਤੁਸੀਂ ਨੁਕਸਾਨ ਕਰ ਚੁੱਕੇ ਆ, ਉਹ ਤੁਹਾਡੇ ਹੱਥ ਨਹੀਂ ਆਉਣਾ, ਨਾ ਹੀ ਤੁਹਾਡੀ ਕਿਸੇ ਨੇ ਸੁਣਨੀ ਹੈ, ਨਾ ਤੁਹਾਨੂੰ ਕੋਈ ਫਾਇਦਾ ਇੰਨਾ ਕਰਨ ਦਾ। ਬਾਕੀ ਹੋਰ ਜਿਹੜੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਸਿੰਘਾਂ ਦੀਆਂ ਰਿਹਾਈਆਂ ਵਾਸਤੇ, ਪਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਹੁਣ ਵੀ ਸਮਾਂ ਇਹੋ ਜਿਹਾ ਚੰਗਾ ਹੈ ਕਿ ਸਾਰੀ ਕੌਮ ਇੱਕ ਜਗ੍ਹਾ ਇਕੱਠੀ ਹੋ ਜਾਵੇ। ਇਕੱਠੀ ਹੋ ਕੇ ਜੇ ਸੰਘਰਸ਼ ਲੜੂਗੀ ਤਾਂ ਚੰਦ ਦਿਨਾਂ ਵਿੱਚ ਇਹ ਜਿਹੜੀਆਂ ਰਿਹਾਈਆਂ ਵੀ ਹੋਣਗੀਆਂ, ਹੋਰ ਵੀ ਜੋ ਮਸਲੇ ਹਨ ਸਾਡੇ ਸਿੱਖਾਂ ਦੇ ਸਾਰੇ ਹੱਲ ਹੋਣਗੇ। ਬਾਕੀ ਜੇ ਇਕੱਲੇ ਇਕੱਲੇ ਲੜਦੇ ਰਹੇ ਤਾਂ ਇਹ ਸਰਕਾਰਾਂ ਤਾਂ ਤੁਹਾਨੂੰ ਚਾਹੁੰਦੀਆਂ ਹੀ ਹੈ, ਪਰ ਹੁਣ ਜੇ ਨਹੀਂ ਤੁਸੀਂ ਸਮਝ ਸਕਦੇ ਤਾਂ ਤੁਹਾਡੀ ਮਰਜ਼ੀ ਹੈ। ਬਾਕੀ ਇੱਕ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਇੱਕ ਪਾਸੇ ਰਿਹਾ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇੱਕ ਵਾਰੀ ਸੰਘਰਸ਼ ਕਰਿਆ ਸੀ ਅਤੇ ਇਹ ਦਿੱਲੀ ਗਏ। ਦਿੱਲੀ ਜਾ ਕੇ ਇਹਨਾਂ ਨੇ ਇੱਕ ਮੈਮੋਰੈਂਡ ਦੇਣ ਵਾਸਤੇ ਜਾਂ ਇੱਕ ਲੈਟਰ ਦੇਣ ਵਾਸਤੇ ਉੱਥੇ ਕੇਜਰੀਵਾਲ ਨੂੰ ਮਿਲਣਾ ਚਾਹਿਆ, ਲੇਕਿਨ ਉਸਨੇ ਕੇਜਰੀਵਾਲ ਨੇ ਇਹਨਾਂ ਦਾ ਲੈਟਰ ਵੀ ਨਹੀਂ ਲਿਆ। ਇਸ ਤੋਂ ਬਾਅਦ ਇਹ ਹਿਸਾਬ ਲਾ ਲਓ ਤੁਸੀਂ ਵੀ ਸੋਚੋ ਕਿ ਇੱਕ ਐਡੀ ਵੱਡੀ ਕੌਮ ਦਾ ਸਿੱਖ ਦਾ ਜਿਸ ਤੋਂ ਕਹੇ ਤਾਂ ਹਿੱਲਦੀ ਸੀ ਸਾਰੀ ਸਰਕਾਰ, ਅੱਜ ਉਹਨਾਂ ਨੇ ਲੈਟਰ ਨਹੀਂ ਲਿਆ ਤਾਂ ਸਾਡੀ ਕਿੰਨੀ ਬੇਇੱਜ਼ਤੀ ਹੈ, ਕਿੰਨਾ ਸਾਨੂੰ ਸ਼ਰਮਸਾਰ ਹੋਣਾ ਪਿਆ। ਇਹ ਤਾਂ ਸਾਨੂੰ ਪਤਾ, ਅਸੀਂ ਵੀ ਮਹਿਸੂਸ ਕਰਦੇ ਇਸ ਚੀਜ਼ ਨੂੰ ਕਿ ਐਡੀ ਵੱਡੀ ਸਾਡੀ ਸੰਸਥਾ ਹੋਵੇ, ਉਹਦਾ ਪ੍ਰਧਾਨ ਜਾਵੇ ਜਾਂ ਉਸਦੇ ਨੁਮਾਇੰਦੇ ਜਾਣ, ਉਹਨਾਂ ਦਾ ਇੱਕ ਲੈਟਰ ਨਾ ਫੜੇ ਇੱਕ ਮੁੱਖ ਮੰਤਰੀ, ਇਹ ਬੜੀ ਅਫਸੋਸ ਦੀ ਗੱਲ ਹੈ। ਇਹ ਸੋਚੋ ਕਿ ਇਸ ਕਾਰਨ ਕੀ ਹੈ, ਅਸੀਂ ਵਿਖਰੇ ਹੋਏ ਹਾਂ। ਅਸੀਂ ਆਪਣੀ ਆਪਣੀ ਮਰਜ਼ੀ ਦੇ ਨਾਲ ਕੋਈ ਉੱਧਰ ਨੂੰ ਚੱਲ ਰਿਹਾ, ਕੋਈ ਉੱਧਰ ਚੱਲ ਰਿਹਾ। ਸਾਰੀ ਕੌਮ ਨੂੰ ਇਕੱਠਾ ਕਰਨਾ ਜਥੇਦਾਰ ਦਾ ਕੰਮ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ, ਭਾਵੇਂ ਉਹਨਾਂ ਨੂੰ ਜਿੱਦਾਂ ਮਰਜ਼ੀ ਕਰਨਾ ਚਾਹੀਦਾ। ਹਰ ਇੱਕ ਨਾਲ ਸੰਪਰਕ ਕਰੋ, ਹਰ ਇੱਕ ਨਾਲ ਮਿਲੋ, ਇਕੱਠੇ ਕਰੋ ਕੌਮ ਨੂੰ ਅਤੇ ਸੰਘਰਸ਼ ਲੜੋ, ਪਰ ਲੇਕਿਨ ਲੜੋ ਆਜ਼ਾਦ ਹੋ ਕੇ, ਕਿਸੇ ਦੇ ਅਧੀਨ ਨਾ ਰਹੋ, ਨਾ ਕਿਸੇ ਚਾਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਕੁਛ ਮਰਜ਼ੀ ਹੈ, ਕਿਸੇ ਕੋਈ ਇੱਕ ਦੀ ਪਾਰਟੀ ਨਹੀਂ ਹੈ। ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਮੇਟੀ ਹੈ ਜਿਹੜੀ ਹੈ ਉਹ ਕਿਸੇ ਇੱਕ ਦੀ ਨਹੀਂ ਹੈ, ਸਾਰੀ ਸਿੱਖ ਕੌਮ ਦੀ ਹੈ। ਇਸ ਨੂੰ ਆਜ਼ਾਦ ਹੋ ਕੇ ਲੜਨਾ ਚਾਹੀਦਾ, ਡਰਨ ਦੀ ਕੋਈ ਲੋੜ ਨਹੀਂ ਹੈ। ਇਹ ਜਿਹੜੀਆਂ ਸੰਪਰਦਾਵਾਂ ਜਾਂ ਜਿਹੜੀਆਂ ਅਕਾਲੀ ਦਲ ਹੈ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਹੈ, ਇਹ ਤਾਂ ਆਮ ਲੋਕਾਂ ਦੇ ਹੱਥ ਵਿੱਚ ਹੈ। ਜਦ ਮਰਜ਼ੀ ਅਸੀਂ ਇਹਨਾਂ ਨੂੰ ਹਟਾ ਗੇਰ ਸਕਦੇ, ਜਦ ਮਰਜ਼ੀ ਅਸੀਂ ਕरें। ਲੇਕਿਨ ਜਿਹੜੀ ਸ਼੍ਰੋਮਣੀ ਕਮੇਟੀ ਹੈ, ਇਹ ਤਾਂ ਸਾਡੀ ਇੱਕ ਧਾਰਮਿਕ ਜਥੇਬੰਦੀ ਹੈ, ਇਸ ਨੂੰ ਅਸੀਂ ਤਾਂ ਹਿਲਾ ਨਹੀਂ ਸਕਦਾ ਕੋਈ, ਨਾ ਇਹਨੇ ਹਿੱਲਣਾ। ਪਰ ਅਸੀਂ ਇਹ ਬੇਨਤੀ ਬਾਰ-ਬਾਰ ਫਿਰ ਇਹੀ ਕਰਦੇ ਕਿ ਆਜ਼ਾਦ ਹੋ ਕੇ, ਨਿਡਰ ਹੋ ਕੇ ਤੁਸੀਂ ਸੰਘਰਸ਼ ਲੜੋ ਅਤੇ ਜਿੱਤ ਪ੍ਰਾਪਤ ਕਰੋ। ਭਾਈ ਸਾਹਿਬ, ਤੁਸੀਂ ਜਦੋਂ ਬਹਿਰੀਨ ਤੋਂ ਆਏ ਤਾਂ ਆ ਕੇ ਸਭ ਤੋਂ ਪਹਿਲਾਂ ਹਵਾਰੇ ਉਹਨਾਂ ਨਾਲ ਮੀਟਿੰਗ ਕਿੱਥੇ ਹੋਈ? ਕਦੋਂ ਸੋਚਿਆ ਵੀ ਸਾਨੂੰ ਬਦਲੇ ਲਈ ਜਾਂ ਇਨਸਾਫ ਲਈ ਲੜਨਾ ਚਾਹੀਦਾ, ਇਕੱਠੇ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜਿਹੜੇ ਪੁਰਾਣੇ ਜਗਤਾਰ ਸਿੰਘ ਹਵਾਰਾ ਦੇ ਪਿੰਡ ਦੇ ਮੁੰਡੇ ਜਿਹੜੇ ਭਗੌੜੇ ਹੋ ਗਏ ਸੀ, ਉਸ ਟਾਈਮ ਸੰਘਰਸ਼ ਲੜ ਰਹੇ ਸੀ, ਉਹਨਾਂ ਦੇ ਨਾਲ ਮੇਰਾ ਸੰਪਰਕ ਹੋਇਆ। ਬੱਬਰ ਖਾਲਸਾ ਦੇ ਨਾਲ ਸੰਬੰਧਿਤ ਹੈ ਉਹਨਾਂ ਦਾ ਬਲਦੇਵ ਸਿੰਘ ਹਵਾਰਾ, ਅੱਜ ਸੁਰਿੰਦਰ ਸਿੰਘ ਜੋ ਸ਼ਹੀਦ ਵੀ ਹੋ ਚੁੱਕੇ ਹੈ, ਉਹਨਾਂ ਨਾਲ ਸੰਪਰਕ ਹੋਇਆ। ਉਸ ਤੋਂ ਬਾਅਦ ਮੈਂ ਇਹਨਾਂ ਦੇ ਪਿੰਡ ਜਾਂਦਾ ਸੀ ਅਤੇ ਜਗਤਾਰ ਸਿੰਘ ਹਵਾਰਾ, ਦਿਦਾਰ ਸਿੰਘ ਅਤੇ ਇੱਕ ਕੁਲਦੀਪ ਸਿੰਘ ਗ੍ਰੰਥੀ, ਇਹ ਫਿਰ ਬਾਅਦ 'ਚ ਭਗੌੜੇ ਹੋਏ। ਤਾਂ ਇਹਨਾਂ ਨਾਲ ਵੀ ਮੇਰਾ ਉਸ ਟਾਈਮ ਦੇ 1987-88 ਤੋਂ ਸੰਬੰਧ ਜਿਹੜਾ 86 ਤੋਂ ਚੱਲਿਆ ਆ ਰਿਹਾ ਸੀ। ਅਤੇ ਉਸ ਤੋਂ ਬਾਅਦ ਇਹ ਮੇਰੇ ਕੋਲ ਇਹਨਾਂ ਦੀ ਰਿਹਾਇਸ਼ ਸੀ, ਮੇਰੇ ਕੋਲ ਬੀਬੀਆਂ ਵੀ ਰਹਿੰਦੀਆਂ ਤੀਆਂ, ਬੱਚੇ ਵੀ ਰਹਿੰਦੇ ਤੇ ਅਤੇ ਹੋਰ ਸਿੰਘ ਵੀ ਜਿਹੜੇ ਹੈ ਉਹਨਾਂ ਦੀ ਪਨਾਹ ਵੀ ਮੇਰੇ ਕੋਲ ਸੀ। ਅਤੇ ਸੰਘਰਸ਼ ਵੀ ਮੈਂ ਜੋ ਕੋਈ ਜਿੰਨਾ ਕੁ ਮੇਰੇ 'ਤੇ ਯੋਗਦਾਨ ਪੈਂਦਾ ਸੀ ਮੈਂ ਪਾਉਂਦਾ ਸੀ। 1995 ਦੇ ਵਿੱਚ ਜਿਹੜਾ ਹੈ ਬੇਅੰਤ ਸਿੰਘ ਕਾਂਡ ਹੋਇਆ, ਇਹਦੇ ਵਿੱਚ ਫਿਰ ਮੇਰਾ ਪੂਰਾ ਯੋਗਦਾਨ ਤਾਂ ਮੈਂ ਵੀ ਵਿੱਚ ਇਹਦੇ ਲੱਗਿਆ ਰਿਹਾ। ਜਗਤਾਰ ਸਿੰਘ ਹਵਾਰਾ ਅਤੇ ਹੋਰ ਸਿੰਘ ਸਾਡੇ ਜਿਹੜੇ ਬਲਵੰਤ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਅਤੇ ਨਵਜੋਤ ਸਿੰਘ ਵੀ ਉਹਦੇ ਵਿੱਚ ਸੀ, ਨਸੀਬ ਸਿੰਘ ਸੀ, ਜਗਤਾਰ ਸਿੰਘ ਤਾਰਾ, ਪਰਮ ਸਿੰਘ ਭਿਓਰਾ, ਇਹ ਸਾਰਿਆਂ ਨੇ ਇੱਕ ਟੀਮ ਬਣੀ ਸਾਡੀ, ਸਾਰਿਆਂ ਨੇ ਇਕੱਠਿਆਂ ਹੋਏ ਨਾਲ ਸਕੀਮ ਕਰੀ। ਅਤੇ ਬਾਹਰੋਂ ਵੀ ਜਿਹੜੇ ਬਾਹਰ ਸਾਡੇ ਸਿੰਘ ਸੀ। ਜਿਹਨਾਂ ਦਾ ਆਗੂ ਕੌਣ ਸੀ? ਟੀਮ ਦਾ ਆਗੂ ਤਾਂ ਸਾਡਾ ਵਧਾਵਾ ਸਿੰਘ ਸੀ, ਜਿਹੜਾ ਬੱਬਰ ਖਾਲਸਾ ਦਾ ਉਸ ਟਾਈਮ ਚੀਫ ਸੀ। ਉਹਨਾਂ ਨੇ ਉੱਥੋਂ ਹਵਾਰੇ ਨੂੰ ਸਾਰਾ ਕੁਛ ਪਲੇਨ ਬਣਾ ਕੇ ਭੇਜਿਆ ਸੀ। ਅਤੇ ਇੱਥੇ ਸਾਡਾ ਜਿਹੜਾ ਮੁਖੀ ਤਾਂ ਉਸ ਟਾਈਮ ਜਿਹੜਾ ਬੱਬਰ ਖਾਲਸਾ ਦਾ ਪ੍ਰਧਾਨ ਤਾਂ ਮੁਖੀ ਤਾਂ ਪੰਜਾਬ ਦੇ ਵਿੱਚ ਸਾਡਾ ਜਿਹੜਾ ਸੀ ਉਹ ਜਗਤਾਰ ਸਿੰਘ ਹਵਾਰਾ ਸੀ। ਅਤੇ ਜਗਤਾਰ ਸਿੰਘ ਹਵਾਰਾ ਨੂੰ ਇਹ ਜੋ ਜਿਹੜੀ ਟ੍ਰੇਨਿੰਗ ਸੀ, ਜੋ ਬੰਬ ਬਣਾਉਣ ਦੀ ਆ ਉਸ ਦੀ ਉਸੇ ਨੂੰ ਸੀ, ਅਤੇ ਉਸੇ ਨੇ ਇਹ ਸਾਰਾ ਕਾਰਜ ਸਾਰਿਆਂ ਨਾਲ ਮਿਲ ਕੇ ਉਹਨੇ ਇਕੱਲੇ ਨਾਲ ਸੰਪਰਕ ਕਰਕੇ ਇਹ ਕਾਰਜ ਜਿਹੜਾ ਹੈ ਸਿਰੇ ਚੜਾਇਆ। ਤੁਹਾਡੀ ਡਿਊਟੀ ਕੀ ਲਾਈ ਫਿਰ? ਹਵਾਰਾ ਟੀਮ ਦਾ ਮੈਂਬਰ ਸੀਗਾ, ਆਗੂ ਸੀਗਾ ਟੀਮ ਦਾ, ਤਾਂ ਆਗੂ ਦੇ ਬਤੌਰ ਆਗੂ ਉਹਨਾਂ ਨੇ ਤੁਹਾਡੀ ਡਿਊਟੀ ਕੀ ਲਾਈ? ਜਦੋਂ ਬਾਹਰੋਂ ਆਇਆ ਇਹ ਜਗਤਾਰ ਸਿੰਘ ਹਵਾਰਾ ਅਤੇ ਮੇਰੇ ਕੋਲ ਪਹਿਲਾਂ ਆਇਆ, ਕਿਉਂਕਿ ਅਸੀਂ ਤਾਂ ਦੋਵੇਂ ਪੁਰਾਣੇ ਬੰਦੇ ਸੀ, ਸਾਡੇ ਨਾਲ ਸਾਰੇ ਦੂਸਰੇ ਬੰਦੇ ਤਾਂ ਸਾਰੇ ਨਵੇਂ ਸੀ। ਉਸੀ 3-4 ਮਹੀਨੇ ਨਾਲ ਪਹਿਲਾਂ ਹੀ ਸਾਡੇ ਨਾਲ ਰਲੇ ਦੇ। ਉਸਨੇ ਆਉਂਦੇ ਨੇ ਮੈਨੂੰ ਦੱਸਿਆ ਕਿ ਆਪਾਂ ਇਹ ਜਿਹੜਾ ਹੈ ਕਾਰਜ ਕਰਨਾ ਹੈ,
ਇਸ ਜਿਹੜਾ ਆਪਣਾ ਮਿਸ਼ਨ ਬਣਿਆ ਹੋਇਆ ਇਹ ਪੂਰਾ ਕਰਨਾ। ਉਹਦੇ ਵਿੱਚ ਮੇਰੀ ਸਿਰਫ ਉਹਨੇ ਡਿਊਟੀ ਲਾਈ ਤੀ ਕਿ ਆਪਾਂ ਨੂੰ ਜਿਹੜਾ ਹੈ ਇਹ ਜਿਹੜਾ ਬਰੂਦ ਵਰਤਣਾ ਇਹਦੇ ਲਿਆਉਣਾ, ਇਹਦੇ ਵਾਸਤੇ ਮੇਰੀ ਡਿਊਟੀ ਲਾਈ। ਚਲੋ ਉਹ ਮੈਂ ਡਿਊਟੀ ਆਪਣੀ ਪੂਰੀ ਕਰੀ। ਬਾਕੀ ਮੇਰੀ ਹੋਰ ਕੋਈ ਇਹਦੇ ਵਿੱਚ ਉਹ ਨਹੀਂ ਸੀ, ਇਹੀ ਮੇਰੀ ਇਕੱਲੀ ਡਿਊਟੀ ਸੀ। ਅਲੱਗ-ਅਲੱਗ ਡਿਊਟੀਆਂ ਸਭ ਦੀਆਂ ਲਾਈਆਂ ਤੀਆਂ, ਸਭ ਨੇ ਆਪਣਾ ਆਪਣਾ ਕਾਰਜ ਕਰਿਆ ਉਸ ਟਾਈਮ। ਜਦੋਂ ਬੇਅੰਤ ਸਿੰਘ ਦਾ ਕਤਲ ਹੋ ਜਾਂਦਾ ਹੈ ਤਾਂ ਉੱਥੇ ਕਾਰ ਜਿਹੜੀ ਹੈ ਕਾਰ ਬੰਬ ਨਾਲ ਉਡਾ ਦਿੱਤੀ ਜਾਂਦੀ ਹੈ, ਤਾਂ ਉਹਦੇ ਤੋਂ ਬਾਅਦ ਤੁਹਾਡੇ ਤੱਕ ਪੁਲਿਸ ਕਿਵੇਂ ਪਹੁੰਚੀ? ਤੁਹਾਨੂੰ ਕਿੱਥੋਂ ਪੁਲਿਸ ਨੇ ਫੜਿਆ? ਉਹ ਬੰਬ ਧਮਾਕਾ ਹੋਣ ਤੋਂ ਬਾਅਦ ਮੈਨੂੰ 29 ਦਿਨ ਬਾਅਦ ਜਾ ਕੇ 29 ਸਤੰਬਰ ਨੂੰ ਜਾ ਕੇ ਇਹਨਾਂ ਨੇ ਇੱਥੇ ਮੇਰੇ ਘਰ ਛਾਪਾ ਮਾਰ ਕੇ ਇਹਨਾਂ ਨੂੰ ਸੂਹ ਲੱਗ ਗਈ ਤੀ। ਇੱਕ ਪੁਰਾਣੇ ਸਿੰਘਾਂ ਕਰਕੇ ਪਤਾ ਲੱਗ ਗਿਆ ਸੀ ਕਿ ਵੀ ਇੱਥੇ ਜਗਤਾਰ ਸਿੰਘ ਹਵਾਰਾ ਰਹਿੰਦਾ ਹੈ। ਉਹਦੀ ਸੂਹ ਲੱਗਣੇ ਕਰਕੇ ਇਹਨੇ ਮੈਨੂੰ ਰਾਤ ਨੂੰ ਚੱਕਿਆ। ਇਹਨਾਂ ਨੇ 11 ਵਜੇ 12 ਵਜੇ ਆ ਕੇ ਪੁਲਿਸ ਨੇ CBI ਨੇ ਇਕੱਠਿਆਂ ਨੇ, ਅਤੇ ਉਸ ਤੋਂ ਬਾਅਦ ਮੈਨੂੰ 2 ਮਹੀਨੇ 10 ਦਿਨ ਇਹਨਾਂ ਨੇ ਮੈਨੂੰ ਚੋਰੀ ਨਾ ਕਿਸੇ ਅਦਾਲਤ ਵਿੱਚ ਪੇਸ਼ ਕਰਿਆ, ਨਾ ਕਿਸੇ ਦਿਖਾਇਆ। ਸਿਰਫ ਮੈਨੂੰ 1 ਮਹੀਨਾ ਬਾਅਦ ਇਹਨਾਂ ਭਗੌੜਾ ਕਰਾਰ ਦੇ ਕੇ ਇਸ ਕੇਸ ਦੇ ਵਿੱਚ ਮੇਰੇ ਨਾਲ ਜਿਹੜਾ ਹੈ ਬਹੁਤ ਤਸ਼ੱਦਦ ਕਰਿਆ। ਉਸ ਤੋਂ 2 ਮਹੀਨੇ 11 ਦਿਨ ਬਾਅਦ ਜਾ ਕੇ ਮੈਨੂੰ ਇਹਨਾਂ ਨੇ ਅਦਾਲਤ ਵਿੱਚ ਪੇਸ਼ ਕਰਿਆ। ਕਿੱਥੇ ਰੱਖਿਆ ਫਿਰ ਤੁਹਾਨੂੰ ਉਹਨਾਂ ਨੇ ਸਮਾਂ? ਇਹਨਾਂ ਨੇ ਮੈਨੂੰ ਇੱਕ ਤਾਂ ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚ ਸਰਹੰਦ ਏਰੀਏ ਵਿੱਚ ਰੱਖਿਆ। ਉੱਥੇ ਕਦੇ ਕਿਸੇ ਸਟੋਰ ਵਿੱਚ ਰੱਖਦੇ, ਕਦੇ ਕਿਤੇ ਗੋਦਾਮ ਵਿੱਚ, ਕਦੇ ਕਿਤੇ ਕਿਸੇ ਕੋਠੀਆਂ, ਜਿਹੜੇ ਇਹਨਾਂ ਦੇ ਆਪਣੇ ਪਰਸਨਲ ਕੋਠੀਆਂ ਹੁੰਦੀਆਂ ਦੀਆਂ। ਅਤੇ ਥਾਣੇ 'ਚ ਤਾਂ ਸਿਰਫ ਮੈਨੂੰ ਰਾਤ ਨੂੰ ਜਦੋਂ ਇੰਟਰੋਗੇਟ ਕਰਦੇ ਉਸ ਟਾਈਮ ਲਿਆਉਂਦੇ ਤੇ ਇਕੱਠੇ ਹੋ ਕੇ, ਫਿਰ ਬਾਅਦ ਵਿੱਚ ਜੇ ਮੰਨ ਲਿਆ ਆਸੇ ਪਾਸੇ ਰੱਖਦੇ ਤੇ। ਚੋਰੀ ਰੱਖਣਾ ਇਹਨਾਂ ਨੇ, ਨਾ ਕਿਸੇ ਨੂੰ ਮਿਲਣ ਦਿੰਦੇ, ਨਾ ਕਿਸੇ ਨੂੰ ਪਤਾ ਲੱਗਣ ਦਿੰਦੇ। ਫਿਰ ਜਦੋਂ ਤੁਹਾਨੂੰ ਫੜ ਲਿਆ, ਤੁਹਾਨੂੰ ਪੁੱਛਿਆ ਗਿਆ ਵੀ ਕੀ ਕੀਤਾ ਤੁਸੀਂ, ਤਾਂ ਤੁਸੀਂ ਜਾਣਸਾਰ ਮੰਨ ਗਏ ਸੀ ਸਾਰੀਆਂ ਗੱਲਾਂ? ਠੀਕ ਹੈ, ਇਹਨਾਂ ਨੂੰ ਮੇਰਾ ਜੋ ਇਹਨਾਂ ਨੂੰ ਪਤਾ ਲੱਗ ਗਿਆ ਤੇ ਮੈਂ ਇਹਨਾਂ ਨੂੰ ਸੱਚ ਦੱਸਦਾ ਤਾਂ ਸਾਰਾ ਕੁਛ ਵੀ ਹਾਂ ਭਾਈ ਅਸੀਂ ਇਹ ਕਾਰਜ ਕਰਿਆ ਵੀ। ਬਾਕੀ ਇਹਦੇ ਵਿੱਚ ਪਰ ਲੇਕਿਨ ਇਹਨਾਂ ਦਾ ਜਿਹੜਾ ਮਨ ਸੀ ਉਹ ਨਹੀਂ ਟਿਕਿਆ। ਇਹਨਾਂ ਨੇ ਫਿਰ ਵੀ ਮੇਰੇ ਨਾਲ ਬਹੁਤ ਨਜਾਇਜ਼, ਜਿਹੜੀ ਸੱਚ ਬੋਲਣ ਦੇ ਪਰ ਵੀ ਇਹਨਾਂ ਨੇ ਨਜਾਇਜ਼ ਮੇਰੇ ਨਾਲ ਬਹੁਤ ਕਰੀ ਹੈ ਪੁਲਿਸ ਨੇ। ਅਤੇ ਉਸ ਤੋਂ ਬਾਅਦ ਦੇਖੋ ਜੋ ਇਹਨਾਂ ਦਾ ਜ਼ੁਲਮ ਕਰਨਾ, ਕੋਈ SSP ਹੈ ਜਾਂ ਨਹੀਂ ਹੋਊਗਾ ਜਿਹੜੇ ਨੇ ਮੌਕੇ 'ਤੇ ਜਾ ਕੇ ਆਪਣੀ ਇੰਟਰੋਗੇਟ ਨਹੀਂ ਕਰੀਆਂ, ਮੇਰੀਆਂ ਲੱਤਾਂ ਪਾੜਨੀਆਂ, ਬੇਲਣੇ ਨਾਲ ਘੁਮਾਉਣੇ, ਲਟਕਾ ਦੇਣਾ ਜਾਂ ਪਾਣੀ 'ਚ ਡੁਬੋਣਾ, ਇਹੋ ਜਿਹੀਆਂ ਸਾਰੀਆਂ ਜਿੰਨੀਆਂ ਵੀ ਹੈ ਤੇ ਇਹਨਾਂ ਨੇ ਆਪਣਾ ਜ਼ੋਰ ਲਾ ਕੇ ਤਸ਼ੱਦਦ ਮੇਰੇ 'ਤੇ ਕਰਿਆ। ਮਤਲਬ 1995 ਸਤੰਬਰ ਦੇ ਵਿੱਚ ਤੁਹਾਨੂੰ ਫੜ ਲਿਆ ਗਿਆ, ਤਾਂ ਪਰਿਵਾਰ ਨਾਲ ਫਿਰ ਮੁਲਾਕਾਤ ਕਦੋਂ ਸ਼ੁਰੂ ਹੋਈ? ਪਰਿਵਾਰ ਦੇ ਜੀ ਮਿਲ ਲੈਂਦੇ ਸੀ ਜਾਂ ਵਕੀਲ ਤੁਹਾਨੂੰ ਮਿਲ ਲੈਂਦਾ ਸੀ ਕੋਈ? ਨਹੀਂ, ਉਸ ਟਾਈਮ ਤੋਂ ਬਾਅਦ ਤਾਂ ਮੈਨੂੰ 2 ਮਹੀਨੇ 10 ਦਿਨ ਬਾਅਦ ਜਦੋਂ ਇਹਨਾਂ ਨੇ ਮੈਨੂੰ ਪੇਸ਼ ਕਰਿਆ, ਪੇਸ਼ ਕਰਨ ਤੋਂ ਬਾਅਦ ਫਿਰ ਮੈਂ 20 ਦਸੰਬਰ ਨੂੰ ਜਿਹੜਾ ਉੱਥੇ ਜੇਲ੍ਹ ਵਿੱਚ ਗਿਆ। ਉਸ 20 ਦਸੰਬਰ ਤੋਂ ਬਾਅਦ ਹੀ ਜਾ ਕੇ ਮੇਰਾ ਜਿਹੜਾ ਹੈ ਵਕੀਲ ਮੈਨੂੰ ਮਿਲੇ ਹੈ, ਜਿਹੜੇ ਪਰਿਵਾਰ ਹੈ ਉਹ ਵੀ ਮੈਨੂੰ ਜੇਲ੍ਹ 'ਚ ਜਾ ਕੇ ਮਿਲਿਆ। ਲੇਕਿਨ ਉਸ ਦਰਮਿਆਨ ਜਿੰਨੇ ਦਿਨ ਮੈਂ ਥਾਣੇ 'ਚ ਰਿਹਾ, ਚੱਕਿਆ ਰਿਹਾ, ਮੇਰੇ ਪਰਿਵਾਰ ਦੇ ਨਾਲ ਵੀ ਇਹਨਾਂ ਨੇ ਬਹੁਤ ਧੱਕਾ ਕਰਿਆ। ਹਰ ਤੀਸਰੇ ਦਿਨ ਜਾਂ ਦੂਸਰੇ ਦਿਨ ਆ ਕੇ ਮੇਰੇ ਘਰ ਦੀ ਤਲਾਸ਼ੀ ਲੈਣੀ, ਸਾਰਾ ਸਮਾਨ ਬਾਹਰ ਗੇਰ ਦੇਣਾ, ਪਰੇਸ਼ਾਨ ਕਰਨਾ, ਮਾੜਾ ਵੀ ਬੋਲਣਾ ਪਰਿਵਾਰ ਨੂੰ, ਬਹੁਤ ਕੁਛ ਜੋ ਵੀ ਹੈ, ਕਦੇ ਉਹ ਪੱਟ ਕੇ ਦੇਖਣਾ, ਕਦੇ ਕਿਸੇ ਕੋਲ ਪੱਟ ਕੇ ਦੇਣਾ, ਬਹੁਤ ਪਰੇਸ਼ਾਨੀ ਕਰੀ ਇਹਨਾਂ ਨੇ ਹੱਦ ਤੋਂ ਜ਼ਿਆਦਾ। ਮੰਨ ਲਾ ਵੀ ਇੱਕ ਬੰਦੇ ਜਦ ਮੰਨ ਰਿਹਾ ਜਦ ਤੁਹਾਡੇ ਕੋਲ ਹੈ, ਪਰ ਨਹੀਂ, ਉਹ ਮੈਨੂੰ ਵੀ ਚੋਰੀ ਰੱਖਿਆ ਅਤੇ ਪਰਿਵਾਰ ਨੂੰ ਤਾਂ ਬਹੁਤ ਜ਼ਿਆਦਾ ਹੀ ਪਰੇਸ਼ਾਨ ਕਰਿਆ ਇਹਨਾਂ ਨੇ। ਤੇ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਹੈ? ਬੱਚੇ ਕਿੰਨੇ ਹੈ? ਤੇ ਜਿਹੜੇ ਤੁਹਾਡੇ ਵਾਈਫ ਨੇ, ਪਤਨੀ ਨੇ ਤੁਹਾਡੇ, ਉਹ ਕੀ ਕਰਦੇ ਸੀ ਉਸ ਵਕਤ? ਕੰਮਕਾਰ ਕੀ ਸੀਗਾ ਉਹਨਾਂ ਦਾ? ਬਾਕੀ ਤਾਂ ਅਸੀਂ ਤਾਂ ਘਰ ਦੇ ਵਿੱਚ, ਮੈਂ ਵੀ ਖੇਤੀਬਾੜੀ ਦੇ ਕੰਮ ਨਾਲ ਕਰਦਾ ਤਾ। ਜਦੋਂ ਮੈਨੂੰ ਫੜ ਲਿਆ ਗਿਆ, ਇੱਕ ਮੇਰਾ ਭਰਾ ਤਾਂ ਮੇਰੇ ਨਾਲ, ਅਸੀਂ ਉਹਦੇ ਪਰਿਵਾਰ ਸੇ ਅਸੀਂ ਦੋਏ ਸੀ ਇਕੱਠੇ ਦੇ, ਦੋਵੇਂ ਪਰਿਵਾਰਾਂ ਦੇ। ਮੇਰੇ ਭਰਾ ਨੂੰ ਵੀ ਇਹਨਾਂ ਨੇ ਚੱਕਿਆ ਤਾ ਉਸ ਟਾਈਮ, ਚਲੋ ਉਸ ਦਾ 10-12 ਦਿਨ ਬਾਅਦ ਫਿਰ ਛੱਡ ਦਿੱਤਾ ਇਹਨਾਂ ਨੇ। ਫਿਰ ਉਹ ਤੋਂ ਬਾਅਦ ਤਾਂ ਜਦੋਂ ਘਰ ਆ ਗਿਆ ਮੇਰਾ ਭਰਾ, ਅਤੇ ਮੈਂ ਤਾਂ ਅੰਦਰ ਇਹਨਾਂ ਕੋਲ, ਥਾਣੇ ਵਾਲਿਆਂ ਕੋਲ, ਪੁਲਿਸ ਕੋਲੇ ਸੀ। ਅਤੇ ਉਸ ਤੋਂ ਬਾਅਦ ਮੈਂ ਜੇਲ੍ਹ ਚਲੇ ਗਿਆ। ਇਹਨਾਂ ਨੇ ਮੇਰੇ ਜਦ ਜੇਲ੍ਹ ਦੇ ਜਾਣ ਤੋਂ ਪਹਿਲਾਂ ਜੋ ਮੇਰੇ ਪਰਿਵਾਰ ਨਾਲ ਕਰੀ ਹੈ ਨਾ, ਉਹ ਬਹੁਤ ਬੁਰੀ ਕਰੀ ਹੈ। ਉਸ ਟਾਈਮ ਮੇਰੀ ਮਾਤਾ ਵੀ ਸੀ, ਮਾਤਾ 'ਤੇ ਵੀ ਕੇਸ ਪਾਇਆ ਇਹਨਾਂ ਨੇ, ਮੇਰੇ ਇੱਕ ਭਰਾ 'ਤੇ ਪਾਇਆ, ਕਈਆਂ 'ਤੇ ਕੇਸ ਪਾਇਆ, ਸਾਡੇ 'ਤੇ ਨਜਾਇਜ਼ ਕੇਸ ਪਾਤੇ ਚੱਕ ਕੇ ਉਹਨਾਂ 'ਤੇ। ਬਾਕੀ ਮੇਰਾ ਜਿਹੜਾ ਪਰਿਵਾਰ ਹੈ, 2 ਮੇਰੇ ਛੋਟੇ ਬੱਚੇ ਤੇ 3, ਇੱਕ ਲੜਕਾ ਸੀ 1.5 ਸਾਲ ਦਾ, ਬਾਕੀ 2-2.5 ਸਾਲ ਦੀ ਇੱਕ ਲੜਕੀ ਦੀ, ਇੱਕ 5-6 ਸਾਲ ਦੀ ਲੜਕੀ ਦੀ। ਉਹਨਾਂ ਪਰਿਵਾਰਾਂ ਨੇ ਤਾਂ ਫਿਰ ਕੋਈ ਤਕਰੀਬਨ ਮੈਂ 18 ਸਾਲ ਬਾਅਦ ਜਾ ਕੇ ਜਿਹੜਾ ਹੈ ਆਪਣੇ ਫਿਰ ਮੁੜ ਕੇ ਘਰ ਵੜਿਆ ਜਾ ਕੇ। ਉਹ 18 ਸਾਲ ਮੈਂ ਜੇਲ੍ਹ ਵਿੱਚ ਹੀ ਰਿਹਾ, ਅਤੇ ਨਾ ਕੋਈ ਛੁੱਟੀ ਨਾ ਵਾਸਤੇ। ਸੰਨ 2007 ਦੇ ਵਿੱਚ ਸਾਡਾ ਫੈਸਲਾ ਹੋਇਆ। ਉਸ ਟਾਈਮ ਅਕਾਲੀ ਸਰਕਾਰ ਸੀ। 2007 ਤੋਂ ਲੈ ਕੇ 13 ਤੱਕ ਸਾਨੂੰ ਇਹਨਾਂ ਨੇ ਇੱਕ ਵੀ ਛੁੱਟੀ ਨਹੀਂ ਕਰੀ। ਹਰ ਸਾਲ ਅਸੀਂ 2 ਛੁੱਟੀਆਂ ਲਿਖ ਕੇ ਭੇਜਦੇ ਤੇ। ਇਹ ਅਕਾਲੀ ਸਰਕਾਰ ਸੀ ਜਿਹੜੀ, ਉਹ ਕੈਂਸਲ ਕਰਕੇ ਭੇਜਦੀ ਸੀ। ਉਸੇ ਦਰਮਿਆਨ ਸਾਡੇ 14 ਸਾਲ ਵੀ ਪੂਰੇ ਹੋ ਗਏ ਤੇ ਜੇਲ੍ਹ ਵਾਲਿਆਂ ਨੇ ਸਾਡੇ ਲਈ ਰਿਹਾਈ ਦੇ ਕਾਗਜ਼ ਬਣਾ ਕੇ ਪੰਜਾਬ ਸਰਕਾਰ ਕੋਲ ਭੇਜੇ, ਅਕਾਲੀ ਦਲ ਕੋਲ, ਲੇਕਿਨ ਇਹਨਾਂ ਨੂੰ ਉਹ ਵੀ ਰਿਜੈਕਟ ਕਰਤੇ। ਬਾਦਲ ਸਾਹਿਬ ਤੱਕ ਕਦੇ ਪਹੁੰਚ ਕੀਤੀ ਜਦੋਂ ਮੁੱਖ ਮੰਤਰੀ ਸੀਗੇ? ਕਿਉਂਕਿ 2007 ਤੋਂ 17 ਤੱਕ ਤਾਂ ਸਰਕਾਰ ਰਹੀ ਅਕਾਲੀ ਦਲ ਦੀ, ਤੇ ਉਹਦੇ ਦਰਮਿਆਨ ਤੁਸੀਂ ਅਕਾਲੀ ਦਲ ਤੱਕ ਕੋਈ ਪਹੁੰਚ ਕੀਤੀ ਕਿਸੇ ਤਰੀਕੇ ਦੀ ਕਿ ਸਾਡੀ ਸੁਣੀ ਜਾਵੇ ਜਾਂ ਸਾਨੂੰ ਪਰੋਲ ਦਿੱਤੀ ਜਾਵੇ?
ਹਾਂ, ਅਸੀਂ ਪਰੋਲ ਵਾਸਤੇ ਇੱਕ ਵਾਰੀ ਇੱਕ ਇਹਨਾਂ ਦਾ ਬੀਜੇਪੀ ਦਾ ਜਿਹੜਾ ਰਾਜ ਖੁਰਾਨਾ ਦਾ MLA ਰਾਜਪੁਰੇ ਵਾਲਾ, ਇਹ ਤੇ ਫਿਰ ਕੇਸ ਪੈ ਗਿਆ, ਇਹਨੂੰ ਵੀ ਬੜੈਲ ਜੇਲ੍ਹ ਭੇਜਿਆ ਗਿਆ। ਇਹ ਉਸ ਟਾਈਮ ਸਾਡੇ ਕੋਲੇ ਰਿਹਾ, ਸਾਡੇ ਨਾਲ 1 ਮਹੀਨਾ ਜਿਹੜਾ ਰਿਹਾ। 2 ਬੰਦੇ ਸੀ ਉੱਥੇ ਸਾਡੇ ਕੋਲੇ ਰਹੇ, ਜਿੱਥੇ ਅਸੀਂ ਬੈਰਕ ਵਿੱਚ ਬੰਦ ਤੇ। ਅਤੇ ਸਾਡੇ ਨਾਲ ਚੰਗਾ ਇਹਨਾਂ ਦਾ ਵਿਹਾਰ ਰਿਹਾ, ਸਾਡੇ ਨਾਲ ਚੰਗੀ ਬੋਲਬਾਣੀ ਰਹੀ, ਸਾਡੇ ਨਾਲ ਮੇਲ ਵਰਤਨ ਰਿਹਾ। ਚਲੋ ਜਦੋਂ ਇਸਦੀ ਜ਼ਮਾਨਤ ਹੋਈ ਤਾਂ ਇਹਦੇ ਉਸ ਟਾਈਮ ਬਾਦਲ ਸਰ ਦੀ ਜਿਹੜੀ ਹੈ ਘਰ ਵਾਲੀ ਦਾ, ਉਹਦਾ ਵੀ ਡੈਥ ਹੋ ਗਈ ਸੀ। ਅਸੀਂ ਉਹਨਾਂ ਨੂੰ ਖੁਰਾਨੇ ਨਾਲ ਗੱਲ ਕਰੀ। ਖੁਰਾਨਾ ਕਹਿੰਦਾ ਵੀ ਮੈਨੂੰ ਤੁਸੀਂ ਕੋਈ ਲੈਟਰ ਜਿਹਾ ਲਿਖ ਕੇ ਦਿਓ ਤਾਂ ਕਿ ਮੈਂ ਬਾਦਲ ਸਾਹਿਬ ਨੂੰ ਜਾ ਕੇ ਰੱਖ ਕੇ ਦੱਸਾਂ, ਤੁਹਾਡੀ ਉਹ ਕਰਾਂ ਵੀ ਹਾਂ ਵੀ ਛੁੱਟੀ ਭੇਜੋ ਵੀ ਇਹ ਵੱਡੇ ਮੁੰਡੇ ਚੰਗੇ ਹੈ। ਉਹਨਾਂ ਨੇ ਆ ਕੇ ਇਹਨਾਂ ਨੂੰ ਦੱਸਿਆ ਬਾਦਲ ਸਾਹਿਬ ਨੂੰ ਵੀ ਇਸ ਤਰ੍ਹਾਂ ਕਰਕੇ ਮੈਂ ਰਹਿ ਕੇ ਆਇਆ ਮਹੀਨਾ ਉਹਨਾਂ ਦੇ ਕੋਲ, ਵੀ ਮੁੰਡੇ ਠੀਕ ਹੈ, ਕੋਈ ਨਹੀਂ, ਕੋਈ ਗਲਤ ਨਹੀਂ ਹੈ, ਨਾ ਕੋਈ ਖਤਰਨਾਕ ਹੈ, ਵੀ ਆਮ ਬੰਦੇ ਹੋ ਕਿ ਧਾਰਮਿਕ ਪੱਖੋਂ ਜੋ ਜਜ਼ਬਾਤ ਵਿੱਚ ਆ ਕੇ ਉਹਨਾਂ ਜੋ ਕੁਝ ਕਰਿਆ, ਬਾਕੀ ਤਾਂ ਹੋਰ ਤਾਂ ਮੁੰਡੇ ਠੀਕ ਹੈ, ਮੈਂ ਰਹਿ ਕੇ ਆਇਆ ਕੋਲ। ਲੇਕਿਨ ਬਾਦਲ ਸਾਹਿਬ ਨੇ ਉਹਨਾਂ ਨੂੰ ਸਾਫ਼ ਜਵਾਬ ਦੇ ਦਿੱਤਾ ਕਿ ਬਈ ਇਹ ਬੰਦੇ ਅਸੀਂ ਬਾਹਰ ਨਹੀਂ ਕੱਢਣੇ ਇਸ ਕੇਸ ਵਾਲੇ ਸਾਰੇ। ਅਤੇ ਉਹਨਾਂ ਨੇ ਖੁਰਾਨੇ ਨੇ ਸਾਨੂੰ ਥੋੜ੍ਹੇ ਦਿਨਾਂ ਬਾਅਦ ਸਾਡੇ ਰਾਹੀਂ ਘਰਦਿਆਂ ਨੇ ਮੈਸੇਜ ਸਾਡੇ ਘਰ ਭੇਜਿਆ ਵੀ ਇਸ ਤਰ੍ਹਾਂ ਕਰਕੇ ਵੀ ਬਾਦਲ ਸਾਹਿਬ ਨੇ ਜਵਾਬ ਦਿੱਤਾ। ਫਿਰ 2013 ਦੇ ਵਿੱਚ ਜਦੋਂ ਸਾਨੂੰ ਗੁਰਬਖਸ਼ ਸਿੰਘ ਨੇ ਸੰਘਰਸ਼ ਕਰਿਆ ਛੁੱਟੀ ਵਾਸਤੇ, ਸਾਡੀ ਰਿਹਾਈ ਵਾਸਤੇ ਕਰਿਆ, ਲੇਕਿਨ ਸਾਨੂੰ ਪਰੋਲ ਮਿਲਣੀ ਸ਼ੁਰੂ ਹੋ ਗਈ। ਉਸ ਟਾਈਮ ਵੀ ਅਕਾਲੀ ਦਲ ਦੀ ਸਰਕਾਰ ਸੀ। ਜਦੋਂ ਫਿਰ ਮੈਂ ਆਪਣੇ ਪਿੰਡ ਆਇਆ, ਉਸ ਟਾਈਮ ਮੈਨੂੰ ਰਾਜ ਖੁਰਾਨਾ ਮਿਲਿਆ। ਅੱਜ ਤਾਂ ਉਹਦੀ ਡੈਥ ਹੋ ਚੁੱਕੀ ਹੈ ਨਹੀਂ, ਜਿੰਦਾ ਨਹੀਂ ਹੈ। ਉਹਨੇ ਮਿਲਿਆ, ਉਹਨੇ ਮੈਨੂੰ ਸਾਰੀ ਗੱਲ ਫਿਰ ਵੀ ਸੁਣਾਈ ਕਿ ਭਾਈ ਤੁਹਾਡਾ ਬਾਦਲ ਸਾਹਿਬ ਨੇ ਨਾ ਕਰੀ ਹੈ ਵੀ ਅਸੀਂ ਤਾਂ ਤੁਹਾਡੇ ਹੱਕ ਵਿੱਚ ਬਹੁਤ ਹੈ ਵੀ ਜੇ ਤੁਹਾਨੂੰ ਛੁੱਟੀਆਂ ਮਿਲ ਜਾਂਦੀਆਂ, ਕਿਉਂਕਿ ਵੀ ਮੈਂ ਤੁਹਾਡੇ ਕੋਲ ਰਹਿ ਕੇ ਵੀ ਆਇਆ। ਬਾਕੀ ਹੋਰ ਵੀ ਬਹੁਤ ਉਹਨਾਂ ਨੇ ਗੱਲਾਂ ਦੱਸੀਆਂ। ਹੁਣ ਚਲੋ ਉਹਦੇ ਵਿਚਾਰੇ ਦੀ ਡੈਥ ਹੋ ਗਈ। ਉਹ ਮੈਨੂੰ ਜਿੰਨੇ ਦੇਰ ਤੱਕ ਉਹ ਜਿੰਦਾ ਰਿਹਾ, ਹਰ ਵਾਰੀ ਜਦ ਵੀ ਮੈਂ ਪਰੇਲ 'ਤੇ ਆਉਂਦਾ ਤਾਂ ਮੈਨੂੰ ਬੁਲਾਉਂਦਾ ਤਾ, ਬੁਲਾ ਕੇ ਪੁੱਛਦਾ ਵੀ ਥਾ ਵੀ ਚਲੋ ਵੀ ਰਾਜਪੁਰੇ ਤੱਕ ਜੋ ਜਿਹੜਾ ਕੰਮ ਹੈ ਛੁੱਟੀ ਦੇ ਪਰੋਲ ਦੇ ਵਿੱਚ ਵੀ ਮਦਦ ਚਾਹੀਦੀ, ਮੈਂ ਕਰਦਾ ਤਾ। ਦੇਖੋ ਉਸ ਤੋਂ ਬਾਅਦ ਉਹਨੂੰ ਡੈਥ ਹੋ ਗਈ, ਹੁਣ ਉਹ ਤਾਂ ਰਿਹਾ ਨਹੀਂ ਹੈਗਾ। ਪਰ ਬਾਦਲ ਸਾਹਿਬ ਦਾ ਤਾਂ ਸਾਨੂੰ ਬੜਾ ਇੰਨਾ ਦੁੱਖ ਹੈ ਵੀ ਇੱਕ ਸਿੱਖ ਹੁੰਦਿਆਂ ਹੋਇਆਂ ਜਿਹੜਾ ਬੰਦਾ ਇਹ ਕੰਮ ਕਰਿਆ, ਤਾਂ ਬਾਕੀ ਤਾਂ ਸਿੱਖ ਤਾਂ ਦੇਖੋ ਬਾਦਲ ਸਾਹਿਬ ਵੀ ਥੇ, ਬੇਅੰਤ ਸਿੰਘ ਵੀ ਸਿੱਖੇ ਬਣਿਆ, ਤਾਂ KPS ਗਿੱਲ ਵੀ ਸਿੱਖੇ ਤਾਂ। ਲੇਕਿਨ ਇਹਨਾਂ ਨੇ ਸਿੱਖ ਕੌਮ ਦਾ ਘਾਣ ਜਿਹੜਾ ਹੈ ਬਹੁਤ ਕਰਿਆ। ਜਿੰਨੇ ਮੁੰਡੇ ਮਾਰੇ ਗਏ ਇਹਨਾਂ ਦੇ ਸਾਰਿਆਂ ਦੀ ਸਲਾਹ ਨਾਲ ਮਰੇ ਹੈ। ਚਾਹੇ ਅੱਜ ਸਾਨੂੰ ਇਹ ਜੋ ਕੁਛ ਮਰਜ਼ੀ ਕਹਿਣ, ਸਾਡਾ ਕਰਨ ਨਾ ਕਰਨ, ਪਰ ਅਸੀਂ ਸੱਚ ਬੋਲੂਗੇ। ਸੱਚ ਦੇ ਬਿਨਾਂ ਅਸੀਂ ਕੁਛ ਨਹੀਂ ਕਹਿੰਦੇ। ਇਹਨਾਂ ਨੇ ਜਿੰਨੇ ਵੀ ਨੁਕਸਾਨ ਸਾਡਾ ਕਰਾਇਆ ਦਰਬਾਰ ਸਾਹਿਬ 'ਤੇ, ਦੇਖੋ ਅੱਜ ਕੱਲ੍ਹ ਤੁਸੀਂ ਵੀਡੀਓ ਸੁਣਿਆ ਜਿਹੜਾ ਅਟੈਕ ਹੋਇਆ ਸੰਤਾਂ ਨੂੰ, ਜਿਹੜਾ ਅਟੈਕ ਹੋਇਆ ਸੰਤਾਂ ਦੇ ਉੱਪਰ, ਅਟੈਕ ਕਰਾ ਕੇ ਸੰਤਾਂ ਨੂੰ ਖਤਮ ਸ਼ਹੀਦ ਕਰਨ ਵਾਸਤੇ ਇਹਨਾਂ ਦਾ ਸਾਰਿਆਂ ਦਾ ਹੱਥ ਤਾ। ਇਹਨਾਂ ਨੇ ਆਪ ਕਰਿਆ, ਕਿਉਂਕਿ ਸੰਤਾਂ ਦੀ ਉਸ ਟਾਈਮ ਇਹੋ ਜਿਹੀ ਪਹਿਜ ਬਣ ਗਈ ਸੀ ਕਿ ਪੰਜਾਬ ਦੇ ਵਿੱਚ ਪੂਰਾ ਬੋਲ ਬਾਲਣਾ ਤਾਂ ਜਿਹੜਾ ਸੰਤਾਂ ਦਾ ਤਾ, ਅਤੇ ਵਿੱਚੇ ਅਕਾਲੀ ਰਲੇ, ਵਿੱਚੇ ਕਾਂਗਰਸੀ ਰਲੇ ਆ। ਇਹਨਾਂ ਨੇ ਰਲ ਕੇ ਸੈਂਟਰ ਗੌਰਮੈਂਟ ਦੇ ਨਾਲ, ਇੰਦਰਾ ਗਾਂਧੀ ਤਾਂ ਚਾਹੁੰਦੀ ਉਹਦੀ ਖਤਮ ਕਰਨਾ ਸਿੱਖਾਂ ਨੂੰ, ਇਹਨਾਂ ਦੇ ਨਾਲ ਰਲ ਕੇ ਇਹਨਾਂ ਨੇ ਸਾਰਾ ਨੁਕਸਾਨ ਕਰਿਆ। ਭਾਵੇਂ ਸਾਨੂੰ ਜੋ ਕੁਛ ਮਰਜ਼ੀ ਕਰਾਉਣ, ਨਾ ਸਾਡੀ ਮਦਦ ਕਰਨ, ਸਾਨੂੰ ਲੋੜ ਨਹੀਂ ਪਰ ਅਕਾਲੀ ਦਲ ਦੀ, ਪਰ ਅਸੀਂ ਸੱਚ ਬੋਲੂਗੇ। ਸੱਚ ਦੇ ਪਿੱਛੇ ਅਸੀਂ, ਧਰਮ ਪਿੱਛੇ ਅਸੀਂ ਲੜਨਾ। ਧਰਮ ਪਿੱਛੇ ਤਾਂ ਸਾਡੇ ਅੱਜ ਦੇ ਨਾ ਸਾਨੂੰ ਕੋਈ ਪਰਸਨਲ ਮਾਮਲਾ, ਨਾ ਸਾਨੂੰ ਕੋਈ ਲਾਲਚ ਹੈ। ਹਾਂ, ਕੌਮ ਤੇ ਵਕਤ ਅੱਜ ਵੀ ਪੈਂਦਾ, ਅਸੀਂ ਮਰਨ ਜਾਂ ਖਬਰ ਨੂੰ ਤਿਆਰ ਹੈ। ਸਾਡੇ ਕਦੇ ਸੋਚਿਆ ਤੁਸੀਂ ਵੀ ਇੰਨਾ ਕੁਛ ਹੋ ਗਿਆ ਪਰਿਵਾਰ ਨੂੰ, ਕਿਉਂਕਿ ਬੱਚੇ ਪੜ੍ਹ ਨਹੀਂ ਸਕੇ, ਬੱਚੇ ਨੂੰ ਉਸ ਤਰੀਕੇ ਦਾ ਮਾਹੌਲ ਨਹੀਂ ਮਿਲ ਸਕਿਆ ਜਿਹੋ ਜਿਹਾ ਮਿਲਣਾ ਚਾਹੀਦਾ ਸੀ, ਕਿਉਂਕਿ ਤੁਸੀਂ ਸੀਗੇ, ਤੁਸੀਂ ਜੇਲ੍ਹ ਦੇ ਵਿੱਚ ਰਹੇ। ਕੋਈ ਕੀਤੇ ਦਾ ਕੋਈ ਪਛਤਾਵਾ ਹੈਗਾ ਜਾਂ ਕੁਛ ਹੈਗਾ ਮਨ ਦੇ ਵਿੱਚ ਆਇਆ ਵੀ ਆਪਾਂ ਨੂੰ ਯਾਰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ? ਦੇਖੋ ਕੰਮ ਤਾਂ ਜਿਹੜਾ ਹੈ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਨਹੀਂ ਕਰਨਾ ਚਾਹੀਦਾ, ਪਰ ਲੇਕਿਨ ਉਹ ਗਿਲਾ ਸ਼ਿਕਵਾ ਜਾਂ ਸਾਨੂੰ ਅਫਸੋਸ ਇਸ ਚੀਜ਼ ਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਸੀ ਉਹਦਾ ਫਰਜ਼ ਬਣਦਾ ਸੀ ਜਿਹੜੇ ਸਿੰਘ ਅੰਦਰ ਚਲੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ। ਇਹਨਾਂ ਨੇ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਅੱਜ ਤੱਕ, ਮਤਲਬ ਇਸ ਤੱਕ। ਇਸ ਚੀਜ਼ ਦਾ ਤਾਂ ਬੜਾ ਦੁੱਖ ਹੈ। ਪਰ ਇਹਨਾਂ ਸ਼੍ਰੋਮਣੀ ਕਮੇਟੀ 'ਚ ਕਿਸੇ ਨੇ ਮਦਦ ਕੀਤੀ ਹੁਣ? ਹਾਂ, ਹੁਣ ਇਸ ਟਾਈਮ ਪਿਛਲੇ ਸਾਲ ਜਦ ਮੈਂ ਛੁੱਟੀ ਆਇਆ ਹੋਇਆ ਸੀ, ਪੰਜੋਲੀ ਸਾਹਿਬ ਨੇ ਨਾਲ ਮਿਲ ਕੇ ਇਹਨਾਂ ਨੇ ਸਾਡੀ ਮਦਦ ਕਰੀ ਹੈ। ਅਸੀਂ ਇਹਨਾਂ ਦਾ ਧੰਨਵਾਦ ਵੀ ਇਹਨਾਂ ਕਰਦੇ ਹਾਂ। ਚਲੋ ਠੀਕ ਹੈ, ਹੁਣ ਵੀ ਇਹਨਾਂ ਨੇ ਮਦਦ ਕਰੀ, ਲੇਕਿਨ ਇਹਨਾਂ ਦਾ ਫਰਜ਼ ਇਹਨਾਂ ਦਾ ਬਣਦਾ ਤਾ ਸਾਰਾ ਕੰਮ, ਕਿਉਂਕਿ ਸਾਨੂੰ ਅਕਾਲੀ ਦਲ 'ਤੇ ਤਾਂ ਸਾਨੂੰ ਸਾਫ਼ ਦੱਸ ਰਹੇ, ਸਾਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ, ਨਾ ਅਸੀਂ ਪਹਿਲਾਂ ਤਾਂ ਨਾ ਹੋਣ ਰਿਹਾ ਸਾਨੂੰ। ਲੇਕਿਨ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਨੂੰ ਦੁੱਖ ਇਹ ਹੈ ਕਿ ਉਹ ਸੰਸਥਾ ਜਿਹੜੀ ਸਿੱਖਾਂ ਦੀ ਮੇਨ ਸੰਸਥਾ ਹੈ, ਜਿਹਦਾ ਫਰਜ਼ ਇਹੀ ਬਣਦਾ ਤਾ ਕਿ ਸਿੱਖਾਂ ਨੂੰ ਜਿੱਥੇ ਵੀ ਕੋਈ ਤਕਲੀਫ ਹੋਵੇ ਉਹਦਾ ਹੱਲ ਕੱਢਣਾ ਜਾਂ ਉਹਨਾਂ ਦੀ ਮਦਦ ਕਰਨਾ। ਅਸੀਂ ਅੱਜ ਵੀ ਕਹਿੰਦੇ ਵੀ ਇਹਨਾਂ ਦਾ ਫਰਜ਼ ਬਣਦਾ ਹੈ ਆਪਣੇ ਫਰਜ਼ ਨੂੰ ਪਛਾਣਨ। ਬਾਕੀ ਸਾਡਾ ਜਿਹੜਾ ਕੰਮ ਹੈ, ਅਸੀਂ ਤਾਂ ਦੇਖੋ ਸਾਡੇ ਗੁਰੂ ਨੇ ਸਰਬੰਸ ਦਾਨ ਕਰਤਾ ਇਸ ਕੌਮ ਵਾਸਤੇ, ਤਾਂ ਅਸੀਂ ਤਾਂ ਆਪਣਾ ਸਰੀਰ ਲਾਉਣੇ ਵਾਸਤੇ ਕਦੇ ਵੀ ਮੁੱਕਰ ਨਹੀਂ ਸਕਦੇ। ਸਾਡੇ ਗੁਰੂ ਨੇ ਜਿਸ ਟਾਈਮ ਸਾਰਾ ਸਰਬੰਸ ਦਾਨ ਕਰਕੇ ਸਿੱਖ ਕੌਮ ਨੂੰ ਆਜ਼ਾਦ ਨਹੀਂ ਰੱਖੀ ਹੈ ਇਹਦੀ, ਤਾਂ ਫਿਰ ਅੱਜ ਸਾਨੂੰ ਤਾਂ ਸੋਚਣਾ ਹੀ ਨਹੀਂ ਚਾਹੀਦਾ ਹੈ ਵੀ ਸਾਨੂੰ ਅਫਸੋਸ ਹੈ ਇਸ ਚੀਜ਼ ਦਾ। ਨਹੀਂ, ਸਾਡੀ ਕੌਮ 'ਤੇ ਧੱਕਾ ਹੋਇਆ, ਸਾਡੀ ਕੌਮ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਪੂਰਾ ਜ਼ੋਰ ਲਾਇਆ, ਲੇਕਿਨ ਸਾਡੇ
ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰੀ, ਸਾਨੂੰ ਇਹ ਜਿਹੜਾ ਬਖਸ਼ਿਸ਼ ਕਰੀ, ਸਾਡੇ ਤੇ ਬੜੀ ਕਿਰਪਾ ਕਰੀ, ਜੋ ਸਾਡੇ ਤੇ ਸੇਵਾ ਲਈ ਹੈ, ਅਸੀਂ ਤਾਂ ਬੜੇ ਖੁਸ਼ ਹੈ। ਸਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਚੀਜ਼ ਦਾ, ਸਾਨੂੰ ਕੋਈ ਅਫਸੋਸ ਨਹੀਂ। ਹਾਂ, ਅਫਸੋਸ ਇਸ ਚੀਜ਼ ਦਾ ਹੈਗਾ ਕਿ ਜਿਹੜੀ ਪਿੱਛੇ ਕੌਮ ਨੇ ਸਾਡੀ ਜਿਹੜੀ ਹੈ ਸੁਣਵਾਈ ਨਹੀਂ ਕਰੀ। ਕੋਈ ਆਗੂ ਕਿਸੇ ਨੇ ਪਹੁੰਚ ਕੀਤੀ ਦੁਬਾਰੇ ਪਰਿਵਾਰ ਦੇ ਵਿੱਚ ਆ ਕੇ, ਜਦੋਂ ਤੁਸੀਂ ਪਰੋਲ ਤੇ ਆਏ ਹੋ, ਕੋਈ ਦੁੱਖ ਵੰਡਾ ਕੇ ਗਿਆ ਹੋਵੇ ਤੁਹਾਡੇ ਨਾਲ, ਕੋਈ ਅਕਾਲੀ ਦਲ ਦੇ ਵਿੱਚੋਂ ਜਾਂ ਹੋਰ ਕੋਈ ਪੰਥ ਦਾ ਨੁਮਾਇੰਦਾ ਜਿਹੜਾ ਪੰਥ ਦਾ ਅੱਜ ਮਸੀਹਾ ਬਣਨ ਦੀ ਗੱਲ ਕਰਦਾ ਜਾਂ ਪੰਥ ਦਰਦੀ ਕਹਾਉਂਦਾ ਹੈ, ਉਹ ਘਰੇ ਆਇਆ ਕੋਈ? ਨਹੀਂ, ਹਾਲੇ ਤੱਕ ਤਾਂ ਸਾਡੇ ਕੋਲ ਇਹੋ ਜਿਹਾ ਕੋਈ ਨਹੀਂ ਆਇਆ। ਹਾਂ, ਸਿਰਫ ਇੱਕ ਚੀਜ਼ ਹੈਗੀ, ਦੇਖੋ ਉਹ ਵੀ ਹੈ ਸ਼੍ਰੋਮਣੀ ਕਮੇਟੀ ਉਹਦੀ ਜਿਹੜੀ ਦਿੱਲੀ ਵਾਲੀ ਸੀ, ਉਹਨਾਂ ਦੇ ਵਿੱਚ ਅਵਤਾਰ ਸਿੰਘ ਇੱਥੇ, ਉਹ ਵੀ ਵਿਚਾਰਾ ਅੱਜ ਨਹੀਂ ਰਿਹਾ। ਚਲੋ ਸਾਨੂੰ ਬੜਾ ਦੁੱਖ ਹੈ। ਉਸਨੇ ਸਾਨੂੰ ਜਿਸ ਟਾਈਮ ਅਸੀਂ ਬੜੈਲ ਜੇਲ੍ਹ 'ਚ ਗਏ ਹਾਂ, 2.5 ਸਾਲ ਤੱਕ ਉਹ ਵਿਚਾਰਾ ਇੰਨੀ ਮਦਦ ਕਰੀ, ਉਹਨੇ ਸਾਨੂੰ ਖਾਣੇ ਪੀਣੇ ਦੀ, ਮਤਲਬ ਸਮਾਨ ਦੀ, ਪੈਸੇ ਵੀ 5-4 ਹਜ਼ਾਰ ਰੁਪਏ ਉਹ 3-4 ਮਹੀਨੇ ਬਾਅਦ ਭੇਜਦਾ ਸੀ। ਬਾਕੀ ਹੋਰ ਰਾਸ਼ਨ ਪਾਣੀ ਜਿਹੜਾ ਉਹਨੇ ਬਹੁਤ ਭੇਜਿਆ। ਜੇ ਅੱਜ ਸਾਰੇ ਸਿੰਘ ਜਿਹੜੇ ਤਕੜੇ ਉਹਨਾਂ ਦੇ ਸਰੀਰ ਠੀਕ ਹੋਏ ਆ ਤਾਂ ਉਸ ਦੀ ਬਦੌਲਤ ਹੋਏ ਆ। ਉਹਨੇ ਸਾਡੀ 2.5 ਸਾਲ ਬਹੁਤ ਮਦਦ ਕਰੀ ਹੈ। ਲੇਕਿਨ ਸਾਨੂੰ ਅਸੀਂ ਇਹੀ ਕਹਿੰਦੇ ਵੀ ਦੇਖੋ, ਦਿੱਲੀ ਬੈਠੇ ਨੇ, ਉਹਨਾਂ ਨੇ ਕਰੀ ਹੈ, ਮੁੜ ਕੇ ਕਿਸੇ ਨੇ ਨਹੀਂ ਕਰੀ, ਨਾ ਦਿੱਲੀ ਵਾਲੇ ਨੇ ਕਰੀ ਹੈ, ਇਹਨਾਂ ਨੇ ਤਾਂ ਪੰਜਾਬ ਵਾਲਿਆਂ ਨੇ ਤਾਂ ਕਰੀ ਹੋ ਨਹੀਂ ਹੈਗੀ। ਪੰਜਾਬ ਵਾਲਿਆਂ ਨੇ ਤਾਂ ਸਾਡੀ ਕਦੇ ਸੁਣੀ ਹੋ ਨਹੀਂ ਹੈਗੀ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਵੀ ਇਹਨਾਂ ਨੇ ਵੀ ਸਾਡੇ ਸਿੰਘ ਬੈਠੇ ਉੱਥੇ। ਧਾਮੀ ਸਾਹਿਬ ਨਾਲ ਜਾਂ ਜਥੇਦਾਰ ਸਾਹਿਬ ਨਾਲ ਕਦੇ ਗੱਲ ਹੋਈ? ਹਾਂ, ਹੁਣ ਸਾਡੀ ਮੇਰੀ ਇਸ ਵਾਰ ਧਾਮੀ ਸਾਹਿਬ ਨਾਲ ਵੀ ਹੋਈ ਗੱਲਬਾਤ, ਜਥੇਦਾਰ ਜੀ ਨਾਲ ਵੀ ਮੇਰੀ ਗੱਲ ਹੋ ਰਹੀ ਹੈ। ਉਹਨਾਂ ਨੇ ਵੀ ਮੇਰੇ ਨਾਲ ਸੰਪਰਕ ਕਰਿਆ, ਮੈਂ ਉਹਨਾਂ ਨਾਲ ਵੀ ਕਰਿਆ ਸੰਪਰਕ। ਅਸਲ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਹੜਾ ਉਹ ਸੰਘਰਸ਼ ਕਰਦੇ, ਪਰ ਮੈਂ ਉਹਨਾਂ ਨੂੰ ਵੀ ਬੇਨਤੀ ਹੀ ਕਰਦਾ ਕਿ ਜਿਹੜੇ ਸਿੰਘ ਜੇਲ੍ਹਾਂ 'ਚ ਬੰਦ ਹਨ, ਇਕੱਲਾ ਉਹਨਾਂ ਦੀ ਰਿਹਾਈ ਨਹੀਂ ਹੈ, ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣਾ ਅਤੇ ਉਹਨਾਂ ਦਾ ਫਾਈਨੈਂਸ਼ੀਅਲ ਤੌਰ 'ਤੇ ਵੀ ਮਦਦ ਕਰਨੀ ਬਹੁਤ ਜ਼ਰੂਰੀ ਕੰਮ ਹੈ। ਸਾਰੀ ਸਿੱਖ ਕੌਮ ਦਾ ਫਰਜ਼ ਬਣਦਾ, ਕਿਉਂਕਿ ਸਿੰਘਾਂ ਦਾ ਦੇਖੋ, ਮੈਂ ਤਾਂ ਜੇਲ੍ਹ 'ਚ ਰਿਹਾ ਜਾਂ ਹੋਰ ਵੀ ਜਿਹੜਾ ਕੋਈ ਥੋੜ੍ਹੇ ਬਹੁਤ ਵੀ ਜਿਹੜਾ ਮੇਰੇ ਉਹਨੂੰ ਸਭ ਨੂੰ ਪਤਾ, ਜੇਲ੍ਹ 'ਚ ਰਹਿ ਕੇ ਬੰਦੇ ਦਾ ਸਭ ਕੁਝ ਖਤਮ ਹੋ ਜਾਂਦਾ। ਇਹੋ ਜਿਹੀ ਗੱਲ ਨਹੀਂ ਵੀ ਫਾਈਨੈਂਸ਼ੀਅਲ ਦਾ ਨੁਕਸਾਨ, ਬਹੁਤ ਨੁਕਸਾਨ ਹੋ ਜਾਂਦਾ, ਲੇਕਿਨ ਉਹਨੂੰ ਪੂਰਾ ਕਰਨ ਵਾਸਤੇ ਸਾਡੀ ਕੌਮ ਹੈ। ਜੇ ਕਿਤੇ ਹੋਰ ਵੀ ਕਿਸੇ ਦਾ ਨੁਕਸਾਨ ਹੁੰਦਾ ਹੈ, ਕਿਤੇ ਹੋਰ ਕੋਈ ਆਫਤ ਆ ਜਾਂਦੀ, ਉੱਥੇ ਇੰਨੇ ਜਾ ਕੇ ਮਦਦ ਕਰਦੀ, ਲੇਕਿਨ ਇਹਦੇ ਆਪਣੇ ਬੱਚੇ ਰੁਲਦੇ। ਇਹ ਸੋਚੋ, ਤੁਸੀਂ ਇੰਨਾ ਸੋਚੋ ਵੀ ਤੁਸੀਂ ਜਾ ਕੇ ਮਦਦ ਕਰਦੇ, ਬੜੀ ਚੰਗੀ ਗੱਲ ਹੈ। ਤੁਹਾਡੇ ਆਪਣੇ ਘਰ ਦੇ ਵਿੱਚ, ਤੁਹਾਡੇ ਆਪਣੇ ਕੌਮ ਵਾਸਤੇ ਲੜਨ ਵਾਲੇ ਸਿੰਘ ਬੜੇ ਪਰੇਸ਼ਾਨ ਹੈ। ਮੇਰੀ ਇੱਕ ਸਿਰਫ ਜਦੋਂ ਮੈਂ 2013 ਦੇ ਵਿੱਚ ਛੁੱਟੀ ਆਇਆ, ਸਿੱਖ ਰਿਲੀਫ ਵਾਲਿਆਂ ਨੇ ਮੇਰੀ ਬਹੁਤ ਮਦਦ ਕਰੀ ਹੈ। ਅੱਜ ਜੇ ਮੈਂ ਥੋੜ੍ਹਾ ਕਾਇਮ ਹੈ ਤਾਂ ਉਹਦੇ ਬਦੌਲਤ ਹੈ, ਮੇਰਾ ਮਕਾਨ ਵੀ ਬਣਾ ਕੇ ਦਿਆ, ਜਿਹੜੀ ਉਹਨਾਂ ਨੇ ਮਦਦ ਬਹੁਤ ਚੰਗੀ ਕਰੀ ਹੈ। ਐਸੀ ਠੀਕ ਨਹੀਂ ਜਿਹੜੀ ਮੇਰੀ ਸੰਸਥਾ ਨੇ ਮਦਦ ਕਰੀ ਹੈ। ਬਾਕੀ ਹੋਰ ਤਾਂ ਜਿਹੜੇ ਕੋਈ ਸਿੰਘ ਆਉਂਦੇ ਮਿਲਦੇ ਵੀ ਹੈ, ਬਹੁਤ ਮਿਲਦੇ ਵੀ ਹੈ, ਇਹੋ ਜਿਹੀ ਗੱਲ ਨਹੀਂ ਹੈਗੀ। ਹੁਣ ਆ ਕੇ ਬਾਅਦ ਵਿੱਚ ਵੀ ਮਿਲੇ ਮੈਨੂੰ, ਜਸਵੀਰ ਸਿੰਘ ਰੋਡੇ ਵੀ ਉਸ ਟਾਈਮ ਆ ਕੇ ਇੱਕ ਵਾਰ ਮੈਨੂੰ ਮਿਲਿਆ ਪਹਿਲੀ ਛੁੱਟੀ ਦੇ ਵਿੱਚ। ਉਸ ਟਾਈਮ ਅਵਤਾਰ ਸਿੰਘ ਹਿੱਤ ਵੀ ਆਇਆ ਤਾਂ ਮੇਰੇ ਕੋਲ। ਬਾਕੀ ਜਿਹੜੇ ਆਪਣੇ ਉਸ ਟਾਈਮ ਜਥੇਦਾਰ ਸੀ ਆਪਣੇ, ਯਾਨੀ ਇਕਬਾਲ ਸਿੰਘ ਜੀ, ਗੁਰਬਚਨ ਸਿੰਘ ਜੀ, ਉਹ ਮੇਰੇ ਨਾਲ ਸੰਪਰਕ ਕਰਦੇ ਤੇ, ਮੇਰੇ ਨਾਲ ਫੋਨ ਵੀ ਗੱਲ ਹੋਈ ਹੈ। ਉਹਨਾਂ ਨੇ ਮੈਨੂੰ ਕਿਹਾ ਵੀ ਸਾ ਕਿ ਤੁਹਾਡੀ ਅਸੀਂ ਰਿਹਾਈਆਂ ਕਰਾਉਂਗੇ, ਲੇਕਿਨ ਫਿਰ ਪਤਾ ਨਹੀਂ ਲੱਗਿਆ ਵੀ ਕਿਆ ਗੱਲ ਹੋਈ ਹੈ। ਮੁੜ ਕੇ ਸਾਡੀ ਰਿਹਾਈਆਂ ਉੱਥੇ ਦੀ ਥਾਂ ਰਹਿ ਗਈਆਂ। ਅਤੇ ਕਿਵੇਂ ਦੇਖਦੇ ਹੋ ਜਿਹੜਾ ਹੁਣ ਮੌਜੂਦਾ ਹਾਲਾਤ ਨੇ, ਸ਼੍ਰੋਮਣੀ ਕਮੇਟੀ ਜਿਹੜੀ ਦਸਤਕੀ ਮੁਹਿੰਮ ਤੋਰੀ ਹੋਈ ਹੈ ਤੁਹਾਡੇ ਲਈ, ਕਿਉਂਕਿ ਹਰ ਗੁਰਦੁਆਰੇ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ, ਉੱਥੇ ਫਾਰਮ ਭਰਾਏ ਜਾ ਰਹੇ ਨੇ ਰਿਹਾਈ ਦੇ ਲਈ, ਅਤੇ ਤੁਸੀਂ ਬਤੌਰ ਬੰਦੀ ਸਿੰਘ ਕੀ ਅਪੀਲ ਕਰਦੇ ਹੋ ਸਰਕਾਰ ਨੂੰ, ਭਾਰਤ ਸਰਕਾਰ ਨੂੰ, ਰਾਸ਼ਟਰਪਤੀ ਨੂੰ, ਗਵਰਨਰ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ? ਦੇਖੋ, ਅਸੀਂ ਤਾਂ ਸਾਰਿਆਂ ਨੂੰ ਉਹ ਕਰਦੇ ਹਾਂ, ਅਪੀਲ ਵੀ ਕਰਦੇ ਹਾਂ ਅਤੇ ਬਾਕੀ ਕਹਿੰਦੇ ਵੀ ਹਾਂ ਕਿ ਕਾਨੂੰਨ ਹੈ ਜਿਹੜਾ ਉਹ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਹੈ। ਦੇਖੋ, ਅਸੀਂ ਕਤਲ ਕਰਿਆ, ਸਾਡੇ ਤੇ ਕੇਸ ਬਣ ਗਿਆ, ਸਾਨੂੰ ਉਮਰ ਕੈਦ ਕਰਤੀ, ਲੇਕਿਨ ਰਾਜੀਵ ਗਾਂਧੀ ਵਾਲਿਆਂ ਨੇ ਵੀ ਕਰੀ, ਗੋਧਰਾ ਕਾਂਡ ਵਾਲਿਆਂ ਨੂੰ ਵੀ ਸਜ਼ਾ ਹੋਈ ਹੈ ਉਮਰ ਕੈਦ ਦੀ, ਲੇਕਿਨ ਉਹ ਵੀ ਛੱਡੇ ਗਏ। ਸਾਨੂੰ ਵੀ ਛੱਡਣਾ ਚਾਹੀਦਾ ਇਹਨੂੰ, ਕਿ ਜੇ ਕਾਨੂੰਨ ਇੱਕ ਹੈ ਤਾਂ ਅਸੀਂ ਜੇ ਤਾਂ ਅਸੀਂ ਹਿੰਦੁਸਤਾਨ ਵਿੱਚ ਰਹਿ ਰਹੇ ਹਾਂ, ਸਾਡੇ ਕੋਲ ਕਾਨੂੰਨ ਸੰਵਿਧਾਨ ਲਾਗੂ ਹੈ, ਤਾਂ ਵੀ ਸਾਨੂੰ ਰਿਹਾਈ ਕਰਨੀ ਚਾਹੀਦੀ ਹੈ। ਹਾਂ, ਜੇ ਤੁਸੀਂ ਚਾਹੁੰਦੇ ਹੋ ਵੀ ਹਾਂ ਸਿੱਖ ਵੱਖਰੀ ਕੌਮ ਹੈ, ਇਹਦੇ ਨਾਲ ਧੱਕਾ ਕਰਨਾ ਹੈ, ਤਾਂ ਉਹ ਤਾਂ ਦਿਖ ਰਿਹਾ, ਉਹ ਤਾਂ ਕਹਿਣ ਦੀ ਲੋੜ ਨਹੀਂ ਹੈ। ਪਰ ਇਹ ਸ਼ਰੇਆਮ ਸਾਡੇ ਨਾਲ ਦਿਖ ਰਿਹਾ ਕਿ ਸਾਨੂੰ ਰਿਹਾ ਨਹੀਂ ਕਰਿਆ ਜਾਂਦਾ। ਮੋਦੀ ਸਾਹਿਬ ਨੇ 2 ਵਾਰੀ 3 ਵਾਰੀ ਹਾਂ ਕਰਕੇ ਫਿਰ ਮੁੱਕਰ ਗਏ। ਜਦ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਵੀ ਹਾਂ ਕਰੀ, ਸਾਨੂੰ ਪੂਰੀ 100% ਇਹ ਹੋ ਗਿਆ ਤਾਂ ਵੀ ਸਾਨੂੰ ਰਿਹਾ ਕਰਨ ਵਾਲੇ ਤਿਆਰ ਹੈ, ਲੇਕਿਨ ਬਾਅਦ 'ਚ ਫਿਰ ਮੁੱਕਰ ਗਈ ਸਰਕਾਰ। ਹੁਣ ਇਹ ਸਰਕਾਰ ਨੂੰ ਸੋਚਣਾ ਚਾਹੀਦਾ, ਜੇ ਅੱਜ ਖਾਲਿਸਤਾਨ ਦੇ ਵਿੱਚ ਲਹਿਰ ਚੱਲੀ ਹੈ ਤਾਂ ਇਹ ਸਰਕਾਰ ਨੇ ਚਲਾਈ ਹੈ, ਪਰ ਇਹ ਸਰਕਾਰ ਇਹ ਖਤਮ ਕਰ ਸਕਦੀ ਹੈ। ਇਹ ਸਰਕਾਰ ਦੇ ਹੱਥ ਵੀ ਹੈ। ਸਰਕਾਰ ਸਾਨੂੰ ਕਿਸੇ ਨੂੰ ਕਿਆ ਪਤਾ ਤਾਂ ਖਾਲਿਸਤਾਨ ਦਾ, ਜੇ ਇਹਨਾਂ ਨੇ ਅਟੈਕ ਕਰਿਆ, ਇੱਥੇ ਜ਼ੁਲਮ ਕਰਿਆ ਸਿੱਖਾਂ 'ਤੇ, ਤਾਂ ਸਾਨੂੰ ਲਹਿਰ ਚੱਲ ਪਈ।
ਅਸੀਂ ਵੀ ਅੱਜ ਪੂਰੇ ਖਾਲਿਸਤਾਨ ਵਾਸਤੇ ਲੜ ਰਹੇ ਹਾਂ। ਲੇਕਿਨ ਹਾਂ, ਸ਼ੁਰੂਆਤ ਗਵਰਨਮੈਂਟ ਨੇ ਕਰੀ ਹੈ, ਗਵਰਨਮੈਂਟ ਹੀ ਕਰ ਸਕਦੀ ਹੈ। ਜੇ ਸਿੱਖਾਂ ਦੇ ਨਾਲ ਚੰਗਾ ਵਰਤਾਓ ਕਰੂਗੀ ਤਾਂ ਸਿੱਖ ਪਹਿਲਾਂ ਵੀ ਇਹਨਾਂ ਦੇ ਵਿੱਚ ਤੇ ਹੁਣ ਵੀ ਰਹਿ ਕਰੂੰਗੇ। ਲੇਕਿਨ ਹੋਣਾ ਚਾਹੀਦਾ ਆਜ਼ਾਦੀ ਸਿੱਖਾਂ ਨੂੰ, ਇਹ ਨਹੀਂ ਵੀ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਊਗਾ। ਗੁਲਾਮ ਤਾਂ ਸਿੱਖ ਰਹਿਣੇ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗੇ, ਭਾਵੇਂ ਇੱਕ ਇੱਕ ਬੱਚਾ ਤਾਂ ਲੈ ਕੇ ਜਿੰਦਾ ਹੈ, ਜਦ ਤੱਕ ਗੁਲਾਮੀ ਤਾਂ ਮਹਿਸੂਸ ਨਹੀਂ ਕਰੂੰਗੇ। ਕਿਉਂਕਿ ਸਾਡੇ ਗੁਰੂ ਨੇ ਕਿਹਾ, ਜਦੋਂ ਮੁਗਲ ਰਾਜ ਸੀ ਉਹਦੇ ਵਿੱਚ ਕਿੰਨੀਆਂ ਕੰਟਰੀਆਂ ਦੇ ਮੁਗਲ ਰਾਜੇ ਤੇ, ਅੱਜ ਤਾਂ ਇਕੱਲਾ ਹਿੰਦੁਸਤਾਨ ਹੈ, ਉਸ ਟਾਈਮ ਤਾਂ ਕਿੰਨੇ ਦੇ ਮੁਗਲ ਰਾਜ ਵਿੱਚ ਕਿੰਨੀਆਂ ਕੰਟਰੀਆਂ ਦਾ ਰਾਜ ਤਾਂ ਮੁਗਲ ਰਾਜ, ਲੇਕਿਨ ਉਹ ਨਹੀਂ ਰਹੇ। ਉਹਨਾਂ ਤੇ ਵੀ ਆਜ਼ਾਦੀ ਲਈ ਹੈ, ਹੋਰਾਂ ਨੂੰ ਵੀ ਆਜ਼ਾਦ ਕਰਾਇਆ, ਸਾਰੇ ਹਿੰਦੁਸਤਾਨ ਨੂੰ ਵੀ ਆਜ਼ਾਦ ਕਰਾਇਆ। ਪਰ ਕੋਈ ਗੱਲ ਨਹੀਂ, ਅੱਜ ਜੇ ਸੰਘਰਸ਼ ਚੱਲ ਰਿਹਾ ਤਾਂ ਚੱਲਦਾ ਰਹੂਗਾ। ਬਾਕੀ ਇਹ ਸਰਕਾਰ ਦੇ ਹੱਥ ਵਿੱਚ ਹੈ। ਇੱਕ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਭਾਈ ਅੰਮ੍ਰਿਤਪਾਲ ਸਿੰਘ ਪ੍ਰੋਗਰਾਮ ਲੀਕ ਰਹੇ ਆ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਤਾਂ ਇੱਕ ਉਹਨਾਂ ਦਾ ਜਿਹੜਾ ਅੰਮ੍ਰਿਤ ਛਕਾ ਰਹੇ ਹੈ, ਸਿੱਖਾਂ ਨੂੰ ਨਸ਼ੇ ਤੋਂ ਮੁੰਡਿਆਂ ਨੂੰ ਬਚਾ ਰਹੇ ਹੈ, ਇਹਦਾ ਬੜਾ ਯੋਗਦਾਨ ਬੜਾ ਚੰਗਾ ਉਹਨਾਂ ਦਾ। ਬਾਕੀ ਮੈਂ ਉਹਨੂੰ ਅਪੀਲ ਵੀ ਕਰਦਾ, ਕੋਈ ਇਹੋ ਜਿਹਾ ਹੁੱਲੜਬਾਜੀ ਵਾਲਾ ਕੰਮ ਨਹੀਂ ਕਰਨਾ। ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਇਕੱਠੀ ਕਰੋ। ਜਦ ਤੁਸੀਂ ਇਕੱਠੇ ਹੋਗੇ, ਭਾਵੇਂ ਸ਼ਾਂਤਮਈ ਸੰਘਰਸ਼ ਵੀ ਕਰਿਓ, ਤੁਸੀਂ ਕਾਮਯਾਬ ਹੋਗੇ। ਪਰ ਜੇ ਤੁਸੀਂ ਨਹੀਂ ਇਕੱਠੇ ਹੁੰਦੇ ਤਾਂ ਫਿਰ ਭਾਈ ਜਿਹੜਾ ਮਰਜ਼ੀ ਕੋਈ ਆਈ ਜਾਵੇ, ਉਹਦੀ ਕਿਸੇ ਦੀ ਚੱਲਣੀ ਨਹੀਂ ਹੈਗੀ। ਸਰਕਾਰਾਂ ਚਾਹੁੰਦੀਆਂ ਵੀ ਸਿੱਖ ਕੌਮ ਖਿੰਡੀ ਰਹੇ ਤੇ ਆਪਾਂ ਖਿੰਡੇ ਹੋਏ ਵੀ ਹੈ। ਸਾਡਾ ਤਾਂ ਇਹੀ ਬੇਨਤੀ ਫੇਰ ਹੈ। ਹਾਂ, ਭਾਈ ਅੰਮ੍ਰਿਤਪਾਲ ਸਿੰਘ ਦਾ ਬੜਾ ਧੰਨਵਾਦ ਕਰਦੇ ਹਾਂ, ਜੋ ਸਿੱਖ ਕੌਮ ਨੂੰ ਉਹ ਲੈ ਕੇ ਚੱਲੇ ਹੈ, ਉਹ ਵੀਰ ਕਰਤੀ ਹੈ, ਉਹਦੇ ਨਾਲ ਬਹੁਤ ਸਿੰਘ ਜੁੜੇ ਹੈ, ਸਿੱਖ ਕੌਮ ਜੁੜ ਰਹੀ ਹੈ। ਧੰਨਵਾਦ ਸਾਰੀ ਸਿੱਖ ਕੌਮ ਦਾ। ਮੈਂ ਤਾਂ ਕਹਿੰਦਾ ਸਾਰੇ ਇਕੱਠੇ ਹੋ ਜਾਓ। ਧੰਨਵਾਦ ਜੀ। ਹਾਂਜੀ। ਸੋ ਇਹ ਸੀਗੇ ਸ਼ਮਸ਼ੇਰ ਸਿੰਘ ਉਕਸੀ, ਜਿਹੜੇ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਪਣੀ ਸਜ਼ਾਵਾਂ ਭਾਵੇਂ ਪੂਰੀਆਂ ਕਰ ਚੁੱਕੇ ਆ, ਪਰ ਹਲੇ ਵੀ ਨਜ਼ਰਬੰਦ ਨੇ ਜੇਲ੍ਹ ਦੇ ਵਿੱਚ। ਤੇ ਆਪਣੇ ਪੱਧਰ ਤੇ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਰਿਹਾਈ ਨੂੰ ਲੈ ਕੇ। ਸਿਆਸਤ ਵੀ ਹੋ ਰਹੀ ਹੈ, ਪਰ ਇਹਨਾਂ ਦੀ ਘਰ ਵਾਪਸੀ ਕਦੋਂ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਇਹ ਸਜ਼ਾਵਾਂ ਜਿਹੜੀਆਂ ਨੇ ਪੂਰੀਆਂ ਕਰ ਚੁੱਕੇ ਆ। ਤੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ, ਬਹੁਤ ਸਾਰੇ ਮਸਲੇ, ਕਿਵੇਂ ਇਹ ਜੇਲ੍ਹ ਗਏ, ਕਿਵੇਂ ਵਿਦੇਸ਼ਾਂ ਤੋਂ ਦੇਸ਼ ਪਰਤੇ, ਤੇ ਕਿਵੇਂ ਇਹਨਾਂ ਨੇ ਸੰਘਰਸ਼ ਵਿੱਢਿਆ, ਤੇ ਹੱਡ ਬੀਤੀ ਸਾਰੀ ਆਪਣੇ ਨਾਲ ਦੱਸੀ ਕਿ ਕਿਹਨੇ ਕਿਹੜੀ ਭੂਮਿਕਾ ਨਿਭਾਈ ਹੈ। ਸਾਰੀਆਂ ਗੱਲਾਂ ਵਿਸਤਾਰਪੂਰਵਕ ਇਹਨਾਂ ਦੇ ਨਾਲ ਹੋਈਆਂ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਗਗਨ ਦੇ ਨਾਲ ਜਗਜੀਤ ਸਿੰਘ ਪੰਜੋਲੀ। ਧੰਨਵਾਦ।